ਤੁਸੀਂ ਦੇਖ ਰਹੇ ਹੋ ਪੀਟੀਵੀ ਇੰਡੀਆ। ਮੈਂ ਹਾਂ ਮਦਨਦੀਪ। ਗੱਲ ਕਰਾਂਗੇ ਪੰਜਾਬ ਦੇ ਕੁਝ ਅਹਿਮ ਮੁੱਦਿਆਂ ਦੇ ਉੱਪਰ। ਭਗਵੰਤ ਮਾਨ ਦੀ ਸਰਕਾਰ ਨੂੰ 4 ਮਹੀਨੇ ਹੋ ਗਏ ਹੈ। ਇਹਦੀਆਂ ਹੁਣ ਤੱਕ ਕੀ ਪ੍ਰਾਪਤੀਆਂ ਨੇ ਔਰ ਅੱਗੇ ਜਾ ਕੇ ਇਹਦੇ ਤੋਂ ਕੀ ਉਮੀਦਾਂ ਕੀਤੀਆਂ ਜਾ ਸਕਦੀਆਂ ਨੇ। ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਵੱਡੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਇਹ ਖਦਸ਼ਾ ਜ਼ਾਹਰ ਕਰ ਰਹੇ ਹੈ ਕਿ ਭਗਵੰਤ ਮਾਨ 4 ਕੁ ਮਹੀਨਿਆਂ ਦਾ ਹੋਰ ਮੁੱਖ ਮੰਤਰੀ ਹੈ। ਇਹ ਵੀ ਕਨਸੋਆਂ ਨੇ कि महाराष्ट्र की तरह पंजाब सरकार भी टुट सकती है। तो चर्चा करांगे मामला की है, गल करांगे प्रताप सिंह बाजवा उन्होंने को की ठोस आधार है कि वो भगवंत मान उन्होंने का समा निश्चित कर रहे हैं। अगे जाके असी गल करांगे जिहड़े चड्ढा साहब ने आम आदमी पार्टी के नौजवान लीडर उन्होंने पिछे ईडी क्यों लगी हुई है, की मामला है कि उन्होंने गिरफ्तार करने दी तैयारियां। और गल करांगे सिमरनजीत सिंह मान होना के बयान से। सिमरनजीत सिंह मान होना ने भगत सिंह नूं शहीद की थां ते अतवादी कहा आ। ये किस तरह की राजनीति कर रहे हैं और संयुक्त किसान मोर्चा नूं MSP बारे केंद्र की कमेटी तो बाहर क्यों रखा गया, क्यों नहीं नुमाइंदगी दी गई पंजाब नूं। ये कुछ अहम मुद्दे ने और इन्हां मुद्दों के उत्ते चर्चा करने लई मेरे नाल ने उगे पत्रकार, सीनियर पत्रकार और राजनीतिक विद्वान मालविंदर सिंह माली जी। माली जी तुहाडा स्वागत है। सत श्री अकाल मदनदीप जी। सत श्री अकाल माली जी। माली जी मसले तो कई है, पंजाब पूरी तरह उलझा होया हरेक पासे, चाहे किसानी का मामला होवे, चाहे जवानी का मामला होवे, चाहे वो साडा जिहड़ा एक सियासी ताना बाना है वह मसला होवे, या फिर जे असीं सोशल मसलिਆਂ की गल करिए ਤਾਂ ਉੱਥੇ ਵੀ ਸਾਨੂੰ ਬਹੁਤ ਸਾਰੇ ਜਿਹੜੇ ਹੈਗੇ ਤਣਾਅ ਨਜ਼ਰ ਆਉਂਦੇ ਆ। ਯਾਨੀ ਕਿ ਸਮਾਜਿਕ ਰਿਸ਼ਤਿਆਂ 'ਚ ਵੀ ਤਣਾਅ ਨਜ਼ਰ ਆਉਂਦੇ ਆ। ਤਣਾਅ ਦੇ ਕਾਰਨ ਹੈਗੇ ਆ ਜਿਵੇਂ ਪੰਜਾਬ ਉਲਝਿਆ ਹੋਇਆ ਉਹਦੇ ਕਰਕੇ ਹੀ ਤਣਾਅ ਜਿਹੜਾ ਹੈ ਉਹ ਜਿਹੜਾ ਸਮਾਜ ਦੇ ਵਿੱਚ ਤਣਾਅ ਦੇਖਣ ਨੂੰ ਮਿਲਦਾ ਆ। ਸਵਾਲ ਇਹ ਆ ਜਿਹੜੇ ਤਾਜ਼ਾ ਮਸਲੇ ਨੇ ਕੁਝ ਜਿਹੜੇ ਜੁੜੇ ਆ ਨਾਲ ਆ 3-4 ਮਹੀਨੇ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਹੈ, पंजाब के मसले हल करने में आम आदमी पार्टी सफल होगी कि यह वाकया इन्होंने मसलों को एड्रैस कर सकती है, समझ सकती है, हल कर सकती है? क्योंकि लोगों के बहुत सारे खदशे है। 4 महीने हो गए, 4 महीनों के उलझा ज्यादा वधिया है। ये बारे पहला तुसीं गल करो। मदनदीप जी, आम आदमी पार्टी की जिहड़ी विचारधारा ते जिहड़ी सियासत आ ਉਹਦੇ ਵਿੱਚ ਪੰਜਾਬ ਦੇ ਮਸਲੇ, ਪੰਜਾਬ ਦੇ ਏਜੰਡੇ ਹੱਲ ਕਰਨ ਲਈ ਕੋਈ ਥਾਂ ਹੈ ਨਹੀਂ। ਵੱਡੇ ਮਸਲੇ ਨੇ ਪੰਜਾਬ ਦੇ ਹੱਕਾਂ ਤੋਂ ਜਿਹੜਾ ਪੰਜਾਬ ਨੂੰ ਬਿਰਵਾ ਕੀਤਾ ਗਿਆ, ਕੁਦਰਤੀ ਸਾਧਨਾਂ ਦੀ ਮਾਲਕੀ ਨਹੀਂ ਹੈ ਇਹਦੇ ਕੋਲ, ਡੈਮਾਂ ਦਾ ਕੰਟਰੋਲ ਹੈ ਨਹੀਂ, ਰਾਜਧਾਨੀ ਇਹਦੇ ਕੋਲੇ ਹੈ ਨਹੀਂ, ਪੰਜਾਬੀ ਬੋਲਦੇ ਇਲਾਕੇ ਬਾਹਰ ਨੇ। ਦੂਜਾ, ਜਿਵੇਂ ਤਾਕਤਾਂ ਦਾ ਕੇਂਦਰੀਕਰਨ ਕਰ ਰਹੀ ਆ ਸਰਕਾਰ, ਉਹ ਵੀ ਪੰਜਾਬ ਨੂੰ ਭਚੀੜ ਰਹੀ ਆ। ਪੰਜਾਬ ਦੇ ਵਿੱਚ ਜਿਹੜੀ ਤੁਸੀਂ ਸਮਾਜਿਕ ਗੱਲ ਕੀਤੀ ਆ ਉਹ ਵੀ ਸੰਕਟ ਆ। ਉਹਦੇ ਵਿੱਚ ਫਿਰ ਤੁਹਾਨੂੰ ਆਪਣੇ ਆਪ ਨੂੰ ਪੰਜਾਬ ਦੀ ਜਿਹੜੀ ਧਰਤਾ ਜਾਂ ਪੰਜਾਬ ਦਾ ਇਤਿਹਾਸ ਆ, ਪੰਜਾਬ ਦਾ ਵਿਰਸਾ, ਉਹ ਤੇ ਆਧਾਰਿਤ ਕਰਨਾ ਪੈਣਾ। ਉਹ ਵੀ ਇਹਨਾਂ ਦਾ ਏਜੰਡਾ ਹੈ ਨਹੀਂ, ਕਿਉਂਕਿ ਤਾਂ ਇਹ ਕਹਿੰਦੇ ਨੇ ਹੁਣ ਤੋਂ ਪਹਿਲਾਂ ਅਸੀਂ ਰਾਜਾਂ ਵਜੋਂ ਸੋਚਦੇ ਸੀ, ਹੁਣ ਸਾਨੂੰ ਇੱਕ ਦੇਸ਼ ਵਜੋਂ ਸੋਚਣਾ ਚਾਹੀਦਾ। ਜਿਹੜਾ ਉਦੋਂ ਗਿਆਨ ਤਬਾਦਲਾ ਸਮਝੌਤਾ ਹੋਇਆ ਉਦੋਂ ਕੇਜਰੀਵਾਲ ਨੇ ਜਿਹੜੀ ਇਹ ਗੱਲ ਉਭਾਰੀ ਸੀ। ਹਾਂ, ਇਹ ਵੱਡੇ ਨੌਟੰਕੀਬਾਜ਼ ਜ਼ਰੂਰ ਨੇ, ਚੁਟਕਲੇਬਾਜ਼ ਜ਼ਰੂਰ ਨੇ, ਛਲੇਡਾ ਸਿਆਸਤ ਬੜੀ ਕਾਮਯਾਬੀ ਦੇ ਨਾਲ ਖੇਡਦੇ ਨੇ। ਤੁਸੀਂ ਕਿਸੇ ਵੀ ਗੱਲ ਤੇ ਦੇਖੋ, ਕਿਸੇ ਵੀ ਵਾਅਦੇ ਤੇ ਇਹ ਪੂਰ ਨਹੀਂ ਚੜ ਰਹੇ। ਭ੍ਰਿਸ਼ਟਾਚਾਰ ਦੇ ਖਿਲਾਫ ਇਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਆ, ਚੰਗੀ ਗੱਲ ਆ, ਪਰ ਉਹ ਵੀ ਅੱਕਾਂ 'ਚ ਡੰਡੇ ਮਾਰ ਰਹੇ ਨੇ, ਉਹਦੀ ਜੜ ਵਾਲੇ ਪਾਸੇ ਨਹੀਂ ਤੁਰ ਰਹੇ। ਭ੍ਰਿਸ਼ਟਾਚਾਰ ਆ ਜਿਹੜਾ ਉਹਨੂੰ ਮੁਕਤ ਕਰਨ ਲਈ ਪੰਜਾਬ ਨੂੰ, ਜਾਂ ਭ੍ਰਿਸ਼ਟਾਚਾਰ ਨੂੰ ਕੰਟਰੋਲ ਕਰਨ ਲਈ ਆਪਾਂ ਕਹੀਏ, ਚਲੋ ਮੁਕਤ ਤਾਂ ਬਾਹਲੀ ਵੱਡੀ ਗੱਲ ਆ, ਉਹਦੇ ਲਈ ਨਾ ਇਹਨਾਂ ਕੋਲੇ ਇੱਛਾ ਸ਼ਕਤੀ ਆ, ਨਾ ਕੋਈ ਇਹੋ ਜਿਹੀ ਪਲਾਨਿੰਗ ਆ, ਨਾ ਕੋਈ ਰੋਡ ਮੈਪ ਆ। ਪਰ ਇਹ ਲੋਕਾਂ ਦਾ ਜੀ ਲਵਾਈ ਜ਼ਰੂਰ ਰੱਖਣਗੇ ਵੀ ਅੱਜ ਫਲਾਨਾ ਫੜ ਲਿਆ, ਅੱਜ ਇਮਕਾ ਫੜ ਲਿਆ, ਤੇ ਇਮਕਾ ਜਿਹੜਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ। ਤੇ ਇਹ ਜਿਵੇਂ ਭ੍ਰਿਸ਼ਟਾਚਾਰ ਦੇ ਮਸਲਿਆਂ ਨੂੰ ਹੈਂਡਲ ਕਰ ਰਹੇ ਨੇ, ਮੈਨੂੰ ਸਮਝ ਆਉਂਦੀ ਹੈ ਕਿ ਜਿਵੇਂ ਸਾਰਾ ਭ੍ਰਿਸ਼ਟਾਚਾਰ ਵਿਰੁੱਧ ਜੰਗ ਅਮਰਿੰਦਰ ਦੀ ਧੜਾ ਕਰਕੇ ਡਿੱਗੀ ਸੀ, ਇਹਨਾਂ ਦਾ ਵੀ ਅਲਟੀਮੇਟ ਹਾਲ ਉਹੀ ਹੋਣਾ। क्योंकि कानूनी तौर पर पक्के पैरी होके अगे नहीं बढ़ सकते, बढ़ रहे।
ਦੂਜੀ ਗੱਲ, ਇਹ ਗੱਲ ਸਮਝਣ ਚ ਨਾਕਾਮ ਨੇ ਕਿ ਪੰਜਾਬ ਦੇ ਵਿੱਚ ਸਿਆਸਤਦਾਨ, ਅਫਸਰਸ਼ਾਹ, ਮਾਇਆਧਾਰੀ, ਇਹਨਾਂ ਦਾ ਇੱਕ ਇਹੋ ਜਿਹਾ ਪੱਕਾ ਗੱਠਜੋੜ ਹੋ ਗਿਆ। ਇਹ ਮਿਲ ਕੇ ਪੰਜਾਬ ਨੂੰ ਲੁੱਟ ਰਹੇ ਨੇ, ਹੁਣ ਤੱਕ ਕੁੱਟ ਰਹੇ ਨੇ ਤੇ ਪੰਜਾਬ ਨੂੰ ਭਟਕਾ ਵੀ ਰਹੇ ਨੇ। ਤੇ ਇਹ ਉਸੇ ਅਫਸਰਸ਼ਾਹੀ ਦੇ ਆਧਾਰਿਤ, ਉਹਨਾਂ ਦੀਆਂ ਸਲਾਹਾਂ ਦੇ ਆਧਾਰਿਤ ਜਦੋਂ ਅੱਗੇ ਵਧਦੇ ਨੇ, ਹਾਲ ਕੀ ਹੁੰਦਾ, ਯੂ ਟਰਨ ਦੇ ਇਹਨਾਂ ਨੇ ਰਿਕਾਰਡ ਤੋੜਤੇ। ਇੱਕ ਕਦਮ ਅੱਗੇ, 2 ਕਦਮ ਪਿੱਛੇ ਦੀ ਗੱਲ ਆ ਜਿਹੜੀ ਉਹ ਸਾਹਮਣੇ ਆ ਰਹੀ ਆ। ਸੋ ਪੰਜਾਬ ਦੇ ਮਸਲੇ ਨੂੰ ਹੱਲ ਕਰਨ ਦੀ ਮੈਨੂੰ ਇਹਨਾਂ ਤੋਂ ਕੋਈ ਵੱਡੀ ਆਸ ਨਹੀਂ ਹੈ ਜੀ। ਮਦਨਦੀਪ ਜੀ, ਇੱਕ ਗੱਲ ਦੱਸੋ, ਇਹ ਬੜਾ ਰੌਲਾ ਪੈ ਰਿਹਾ ਹੈ ਕਿ ਜਿਹੜੇ ਰਾਜ ਸਭਾ ਮੈਂਬਰ ਆ, ਕੋਈ ਕਹਿੰਦਾ ਜੀ ਉਹ ਮਾਮਲੇ ਪੰਜਾਬ ਦੇ ਬੜੇ ਧੜੱਲੇ ਨਾਲ ਉੱਥੇ ਪੇਸ਼ ਕਰਨਗੇ ਸੰਸਦ ਦੇ ਵਿੱਚ, ਕੋਈ ਕਹਿੰਦਾ ਜੀ ਨਹੀਂ ਉਹਨਾਂ ਨੂੰ ਸਮਝ ਨਹੀਂ ਹੈਗੀ, ਉਹ ਮਸਲੇ ਹੱਲ, ਪੰਜਾਬ ਦੇ ਮਸਲੇ ਜਿਹੜੇ ਆ ਉਹਨਾਂ ਨੂੰ ਸਹੀ ਤਰੀਕੇ ਨਾਲ ਨਹੀਂ ਉਠਾ ਸਕਦੇ। ਕੀ ਕੇਂਦਰ ਸਰਕਾਰ ਨੂੰ ਪੰਜਾਬ ਦੇ ਮਸਲਿਆਂ ਬਾਰੇ ਪਤਾ ਨਹੀਂ? ਜੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮਸਲੇ ਉਭਾਰਨੇ ਹੋਣ ਸੱਚਮੁੱਚ, ਜੇ ਪ੍ਰਭਾਵ ਜਾਂ ਦਬਾਅ ਪਾਉਣਾ ਹੋਵੇ ਕੇਂਦਰ ਦੇ ਉੱਤੇ, ਤਾਂ ਕਿ ਪੰਜਾਬ ਦੀ ਸਰਕਾਰ ਜਾਂ ਦਿੱਲੀ ਵਿੱਚ ਵੀ ਆਮ ਆਦਮੀ ਦੀ ਸਰਕਾਰ ਹੈ, ਇਹ ਦਬਾਅ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ? ਇਹ ਨਹੀਂ ਦਬਾਅ ਬਣਾ ਸਕਦੇ ਸਿੱਧਾ, ਜੇ ਇਹਨਾਂ ਦੇ ਰਾਜ ਸਭਾ ਮੈਂਬਰ ਜਿਹੜੇ ਆ ਉਹ ਨਾਕਾਬਲ ਹੈਗੇ ਆ। ਹਾਲਾਂਕਿ ਸਾਨੂੰ ਉਮੀਦ ਨਹੀਂ ਹੈਗੀ ਵੀ ਪੰਜਾਬ ਨੂੰ ਸਹੀ ਤਰੀਕੇ ਨਾਲ ਰਿਪਰੈਜ਼ੈਂਟ ਕਰ ਸਕਦੇ ਆ, ਉਹਨਾਂ ਬਾਰੇ ਬਹੁਤ ਸਾਰੇ ਖਦਸ਼ੇ ਆ। ਇਸ ਹਾਲਾਤ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਨੂੰ ਕਿਹੜੀ ਦਿਸ਼ਾ ਵੱਲ ਲੈ ਕੇ ਜਾਏਗੀ ਇਹ ਸਰਕਾਰ, ਜਿਹੜੀ ਭਗਵੰਤ ਮਾਨ ਦੀ ਮੌਜੂਦਾ ਸਰਕਾਰ? ਇੱਕ ਨਾ ਉਰਦੂ ਦਾ ਸ਼ੇਰ ਆ, ਉਹ ਪੂਰੀ ਤਰ੍ਹਾਂ ਤਾਂ ਮੈਨੂੰ ਯਾਦ ਨਹੀਂ, ਉਹ ਆ ਬਹੁਤ ਅਸੰਭਵ ਗੱਲ ਲੱਗਦੀ ਆ ਕਿ ਗੁੱਥੀ ਸੁਲਝੇ ਇਹ ਤਾਣੀ ਸੁਲਝੇ। ਅਹਿਲੇ ਦਾਨਸ਼ ਨੇ ਬਹੁਤ ਕਮਾਲ ਦੇ ਤਰੀਕੇ ਨਾਲ ਇਹ ਉਲਝਾਈ ਹੋਈ ਆ। ਸੋ ਪੰਜਾਬ ਦੇ ਜਿਹੜੇ ਮਸਲੇ ਉਲਝਾਏ ਨੇ ਕੇਂਦਰ ਸਰਕਾਰ ਨੇ, ਉਹ ਗਿਣ ਮਿਥ ਕੇ ਇੱਕ ਨੀਤੀ ਤੇ ਸੋਚ ਤਹਿਤ ਉਲਝਾਏ ਨੇ। ਉਹਨਾਂ ਮਸਲਿਆਂ ਨੂੰ ਉਲਝਾਉਣ ਖਾਤਰ ਹੁਣ ਤੱਕ ਭਾਜਪਾ ਲਲਕਾਰਾ ਮਾਰਦੀ ਰਹੀ ਆ, ਸਮਾਂ ਤੇ ਆਲੋਚਨਾ ਕਰਦੀ ਰਹੀ ਆ ਵੀ ਤੁਸੀਂ ਹਾਲੇ ਵੀ ਰਹਿਤ ਕਰੀ ਜਾਂਦੇ ਹੋ ਇਹਨਾਂ ਨਾਲ, ਹਾਲੇ ਵੀ ਰਹਿਤ ਕਰੀ ਜਾਂਦੇ ਹੋ ਇਹਨਾਂ ਨਾਲ। ਸੋ ਇਸ ਕਰਕੇ ਭਾਰਤੀ ਸਟੇਟ ਨੂੰ ਕਹਿ ਲਓ, ਤੁਸੀਂ ਸਰਕਾਰ ਨੂੰ ਕਹਿ ਲਓ, ਉਹਨੂੰ ਚੰਗੀ ਤਰ੍ਹਾਂ ਪਤਾ ਕਿ ਪੰਜਾਬ ਦੇ ਮਸਲੇ ਉਲਝਾਏ ਕਿਵੇਂ ਨੇ ਤੇ ਇਹਨਾਂ ਨੂੰ ਸੁਲਝਾਉਣ ਦੇ ਵਿੱਚ ਉਹਦੀ ਕੋਈ ਰੁਚੀ ਹੈ ਨਹੀਂ। ਦੂਜੀ ਗੱਲ, ਜੇ ਜਨਤਕ ਅੰਦੋਲਨ ਹੋਵੇ ਤਾਂ ਉਹਨਾਂ ਨੂੰ ਪੈਰ ਪਿੱਛੇ ਪੁੱਟਣੇ ਪੈਂਦੇ ਨੇ। ਧਰਮ ਯੁੱਧ ਮੋਰਚੇ ਵੇਲੇ ਵੀ ਇੱਕ ਸਮਝੌਤਾ ਕੀਤਾ, ਉਹ ਗਲਤ ਠੀਕ ਵੱਖਰੀ ਗੱਲ ਆ, ਉਹ ਚ ਘਾਟਾ ਕੀ ਸੀ ਉਹ ਇੱਕ ਅੱਡ ਗੱਲ ਆ। ਫਿਰ ਟੇਬਲ ਤੇ ਆਉਣਾ ਪਿਆ, ਫਿਰ ਰਾਜਾਂ ਦੇ ਅਧਿਕਾਰ ਕੀ ਨੇ, ਸੈਂਟਰ ਸਟੇਟ ਰਿਲੇਸ਼ਨ ਬਾਰੇ, ਇਹਦੇ ਬਾਰੇ 2 ਕਮਿਸ਼ਨ ਬਿਠਾਏ, ਇਹ ਵੱਖਰੀ ਗੱਲ ਆ ਵੀ ਉਹਨਾਂ ਦੀਆਂ ਰਿਪੋਰਟਾਂ ਠੰਡੇ ਵਸਤ ਦੇ ਵਿੱਚ ਪਈਆਂ ਹੋਈਆਂ ਨੇ। ਇਹ ਤਾਂ ਗੱਲ ਆ ਦਿੱਲੀ ਸਰਕਾਰ ਦੀ। ਦੂਜੀ ਗੱਲ ਆ ਪੰਜਾਬ ਦੇ ਮਸਲਿਆਂ ਨੂੰ ਸਮਝਣ ਦੀ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਆ ਸਿਆਸੀ ਤੌਰ ਤੇ ਅਸਮਰਥ ਆ ਜਾਂ ਉਹਨਾਂ ਨੂੰ ਸਮਝਣਾ ਨਹੀਂ ਚਾਹੁੰਦੀ, ਕਿਉਂਕਿ ਰਾਜ ਸਭਾ ਮੈਂਬਰਾਂ ਨੇ ਉੱਥੇ ਰਾਜਾਂ ਦਾ ਸਦਨਾ ਰਾਜ ਸਭਾ, ਉੱਥੇ ਪੰਜਾਬ ਦੇ ਮਸਲੇ ਚੱਕਣੇ ਨੇ। ਹੁਣ ਤੁਸੀਂ ਦੇਖੋ ਪੰਜਾਬ 'ਚ ਕਿੰਨੇ ਮਸਲੇ ਉੱਭਰੇ ਆਏ। ਉਹਨਾਂ ਨੇ ਭਾਖੜਾ ਡੈਮ ਦੇ ਵਿੱਚੋਂ ਪੰਜਾਬ ਦੀ ਜਿਹੜੀ ਇੱਕ ਖਾਸ ਪੋਜੀਸ਼ਨ ਸੀ ਉਹਨੂੰ ਨਕਾਰਤਾ। ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਕੀ ਕੀਤਾ, ਸਾਰੇ ਮੁਲਾਜ਼ਮਾਂ ਦੇ ਸੈਂਟਰਲ ਸਕੇਲ ਲੈ ਲਏ। ਪੰਜਾਬ ਯੂਨੀਵਰਸਿਟੀ ਬਾਰੇ ਉਹ ਇੱਕ ਗਿਣ ਮਿਥ ਕੇ ਚਾਲ ਚੱਲ ਰਹੇ ਨੇ। ਤੇ ਹਰਿਆਣਾ, ਜਿਹੜਾ ਹਰਿਆਣੇ ਰਾਹੀਂ ਉਹ ਪੰਜਾਬ ਦਾ ਚੰਡੀਗੜ੍ਹ ਤੋਂ ਜਿਹੜਾ ਸਾਰਾ ਅਧਿਕਾਰ ਪੰਜਾਬ ਦਾ ਉਹਨੂੰ ਖਤਮ ਕਰਨ ਲੱਗੇ ਹੋਏ ਨੇ ਕਿ ਸਾਨੂੰ ਵੱਖਰੀ ਥਾਂ ਦਿਓ, ਅਸੀਂ ਵੱਖਰੀ ਵਿਧਾਨ ਸਭਾ ਬਣਾਉਣੀ ਆ। ਤੇ ਭਗਵੰਤ ਮਾਨ ਕਹਿ ਰਿਹਾ ਪਹਿਲੀ ਚੀਫ ਜਸਟਿਸ ਦੀ ਮੀਟਿੰਗ ਦੇ ਵਿੱਚ ਕਿ ਸਾਨੂੰ ਹਾਈ ਕੋਰਟ ਨਿਊ ਚੰਡੀਗੜ੍ਹ 'ਚ ਬਣਾਉਣ ਲਈ ਵੱਖਰੀ ਦਿਓ। ਜਦੋਂ ਉਹਨਾਂ ਨੇ ਨਾਰਥ ਜ਼ੋਨ ਕੌਂਸਲ ਦੀ ਮੀਟਿੰਗ 'ਚ ਜਦੋਂ ਇਹ ਗੱਲ ਹੋਈ, ਉੱਥੇ ਇਹਨਾਂ ਦੇ ਨੁਮਾਇੰਦੇ ਬੋਲੇ ਨੇ ਕਿ ਨਹੀਂ ਬੋਲੇ ਤਾਂ ਪਤਾ ਨਹੀਂ, ਰਿਕਾਰਡ ਹਾਲੇ ਸਾਹਮਣੇ ਨਹੀਂ ਆਇਆ, ਪਰ ਭਗਵੰਤ ਮਾਨ ਨੇ ਨਾਲ ਦੀ ਨਾਲ ਟਵੀਟ ਮਾਰਿਆ। ਭਗਵੰਤ ਮਾਨ ਦੇ ਨਾਂ ਤੇ ਅਸਲ 'ਚ ਦਿੱਲੀ ਵਾਲਿਆਂ ਨੇ ਟਵੀਟ ਕੀਤਾ। ਹੈਂਡਲ ਇਹਦਾ ਟਵਿੱਟਰ ਹੈਂਡਲ ਨੂੰ ਉਹੀ ਹੈਂਡਲ ਕਰ ਰਹੇ ਨੇ ਕਿ ਸਾਨੂੰ ਵੀ ਥਾਂ ਦਿਓ, ਫਿਰ ਇਹਨਾਂ ਨੂੰ ਤੁਸੀਂ ਥਾਂ ਦਿੰਦੇ ਹੋ। ਹੁਣ ਜਦੋਂ ਸਰਕਾਰ ਦੀ ਆ ਪੋਜੀਸ਼ਨ ਆ ਤਾਂ ਰਾਜ ਸਭਾ ਮੈਂਬਰਾਂ ਤੋਂ ਤੁਸੀਂ ਕਿੱਡੀ ਕਾਸ ਰੱਖ ਸਕਦੇ ਹੋ? ਇਹ ਪੋਜੀਸ਼ਨ ਰਾਜ ਸਭਾ ਮੈਂਬਰ ਇਹਨਾਂ ਬਾਰੇ ਕਦੇ ਇੱਕ ਸ਼ਬਦ ਨਹੀਂ ਬੋਲੇ ਜੀ। ਜਿਹੜੀ ਆਮ ਆਦਮੀ ਪਾਰਟੀ ਦੀ ਇਹ ਪੋਜੀਸ਼ਨ ਹੈ, ਜਿਹੜਾ ਬਿਆਨ ਹੈ ਭਗਵੰਤ ਮਾਨ ਦਾ ਜਾਂ ਮੰਗ ਹੈ ਜਿਹੜੀ ਕਿ ਸਾਨੂੰ ਵੀ ਰਾਜਧਾਨੀ ਲਈ ਤੇ ਸਾਨੂੰ ਵੀ ਵਿਧਾਨ ਸਭਾ ਲਈ ਤੇ ਸਾਨੂੰ ਵੀ ਹਾਈ ਕੋਰਟ ਦੀ ਜਗ੍ਹਾ ਦਿੱਤੀ ਜਾਏ, ਕੀ ਇਹ ਗਿਣੀ ਮਿਥੀ ਆਮ ਆਦਮੀ ਪਾਰਟੀ ਦੀ ਰਾਜਨੀਤੀ ਹੈ, ਨੀਤੀ ਹੈ, ਜਾਂ ਫਿਰ ਇਹ ਭੁੱਲਿਆ ਜਾਂ ਇਹ ਕੱਚ ਘੜ ਬਿਆਨ ਹੈ ਜਾਂ ਕੱਚ ਘੜ ਮੰਗ ਹੈ ਜਾਂ ਕੱਚ ਘੜ ਰਾਜਨੀਤੀ ਹੈ? ਨਹੀਂ, ਉਹਨਾਂ ਦੀ ਨੀਤੀ ਆ, ਉਹਨਾਂ ਦੀ ਨੀਤੀ ਇਹੀ ਆ
ਕਿ ਚੰਡੀਗੜ੍ਹ ਆਰਜੀ ਤੌਰ ਤੇ ਯੂਟੀ ਆ, ਮਾਲਕੀ ਪੰਜਾਬ ਦੀ ਆ, ਇਹਦੇ ਵਿੱਚ ਕੋਈ ਤੁਸੀਂ ਵਿਧਾਨ ਸਭਾ ਦੇ ਵਿੱਚ ਬੁੱਤ ਤਾਂ ਲਾ ਨਹੀਂ ਸਕਦੇ, ਤੁਸੀਂ ਬਾਹਰ ਕੋਈ ਇਮਾਰਤ ਨਵੀਂ ਨਹੀਂ ਉਸਾਰ ਸਕਦੇ, ਤੇ ਇਹਨਾਂ ਨੂੰ ਵਿਧਾਨ ਸਭਾ ਉਸਾਰਨ ਦੀ ਕਿਹਨੇ ਇਜਾਜ਼ਤ ਦੇਣੀ ਹੈ ਜੀ? ਇਹ ਅਸਲ 'ਚ ਇਹ ਸਾਬਤ ਕਰ ਰਿਹਾ ਵੀ ਕੇਂਦਰ ਆ ਅਸਲ ਮਾਲਕ ਚੰਡੀਗੜ੍ਹ ਦਾ, ਹਾਲਾਂਕਿ ਕੇਂਦਰ ਪ੍ਰਬੰਧਕ ਆ। ਸੋ ਇਹ ਅਣਜਾਣਪੁਣੇ 'ਚ ਨਹੀਂ ਗੱਲ ਹੋਈ, ਐਡੀ ਵੱਡੀ ਗਲਤੀ ਜਿਹਦੀ ਸਾਰੀ ਦੁਨੀਆ ਨੇ ਥੂ ਥੂ ਕੀਤੀ ਹੈ ਜਿਹੜੇ ਪੰਜਾਬ ਪੱਖੀ ਨੇ, ਤੇ ਇਹਨਾਂ ਨੇ ਚੁੱਪੇ ਵੱਟ ਲਈ, ਨਾ ਕੋਈ ਸਪਸ਼ਟੀਕਰਨ, ਨਾ ਉਹਨੂੰ ਵਾਪਸ ਲਿਆ, ਨਾ ਉਹ ਤੋਂ ਕੋਈ ਮਾਫੀ ਮੰਗਣ ਦੀ ਗੱਲ ਕੀਤੀ ਹੈ। ਇੱਕ ਗੱਲ ਨੂੰ ਭੁਲਾਉਣ ਲਈ ਦੂਜਾ ਸ਼ੋਸ਼ਾ ਛੱਡ ਦਿੰਦੇ ਨੇ। ਮੱਤੇਵਾੜਾ ਜੰਗਲ ਦਾ ਪ੍ਰੋਜੈਕਟ ਆ, ਵਿਧਾਨ ਸਭਾ 'ਚ 2 ਦਿਨ ਪਹਿਲਾਂ ਜਸਟੀਫਾਈ ਕੀਤਾ, ਫਿਰ ਉਹਨੂੰ ਰੱਦ ਕਰਤਾ, ਨਾਲ ਦੀ ਨਾਲ ਰਾਘਵ ਚੱਡਾ ਨੂੰ ਸਲਾਹਕਾਰ ਬਣਾ ਲਿਆ। ਸੋ ਇਸ ਕਰਕੇ ਕੀਤੀ ਆ ਪੰਜਾਬ ਤੋਂ ਹੱਕ ਲੈਣ ਦੀ ਥਾਂ ਇਹ ਝੰਜਟੇ ਮਕਾਉਣ ਦੀ ਵੀ ਛੱਡੋ, ਅਸੀਂ ਕੀ ਲੈਣਾ ਚੰਡੀਗੜ੍ਹ ਤੋਂ। ਨਹੀਂ, ਮੈਨੂੰ ਮੱਲ ਜੀ ਜੋ ਲੱਗਦਾ ਹੈ, ਜਿਹੜੀ ਗੱਲ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ, ਕਿਉਂਕਿ ਚੰਡੀਗੜ੍ਹ ਦਾ ਮਾਮਲਾ ਅੱਜ ਅਸੀਂ ਛੇੜ ਬੈਠੇ ਹਾਂ, ਕਾਫੀ ਇਹਦੇ ਤੇ ਵਿਚਾਰ ਹੋ ਚੁੱਕੀ ਹੈ, ਪਰ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਆ ਸਟੇਟ ਦੇ, ਕੋਈ ਛੋਟੇ ਲੀਡਰ ਨਹੀਂ ਹੈਗੇ ਉਹਨਾਂ ਦੇ, ਕੋਈ ਇਹ ਨਹੀਂ ਵੀ ਤੀਜੇ ਦਰਜੇ ਦੇ ਲੀਡਰ ਨੇ, ਮੁੱਖ ਮੰਤਰੀ ਨੇ ਉਹ। ਔਰ ਜਦੋਂ ਮੁੱਖ ਮੰਤਰੀ ਇਹ ਬਿਆਨ ਦਿੰਦੇ ਆ ਜਾਂ ਇਹ ਮੰਗ ਉਠਾਉਂਦੇ ਆ, ਤੇ ਇਹਦਾ ਮਤਲਬ ਹੈ ਕਿ ਪਾਰਟੀ ਦੀ ਜਿਹੜੀ ਨੀਤੀ ਹੈ ਜਾਂ ਜੋ ਪਾਰਟੀ ਦੇ ਪ੍ਰੋਗਰਾਮ ਦੇ ਤਹਿਤ ਉਹ ਸਾਰਾ ਕੁਝ ਇਹ ਕਰ ਰਹੇ ਆ। ਇਹਦੇ ਤੋਂ ਸਾਫ਼ ਲੱਗਦਾ ਹੈ ਕਿ ਜਿਵੇਂ ਮਨੋਹਰ ਲਾਲ ਖੱਟੜ ਨੇ, ਜਾਂ ਹੋ ਸਕਦਾ ਹੈ ਕਿ ਇਹਨਾਂ ਦੀ ਮਿਊਚੁਅਲ ਅੰਡਰਸਟੈਂਡਿੰਗ ਹੋਵੇ, ਜਦੋਂ ਮਨੋਹਰ ਲਾਲ ਖੱਟੜੇ ਮੰਗ ਕਰਦੇ ਆ ਕਿ ਸਾਨੂੰ ਵੱਖਰੀ ਜ਼ਮੀਨ ਦਿੱਤੀ ਜਾਏ, ਉਹਦੇ ਨਾਲ ਹੀ ਭਗਵੰਤ ਮਾਨ ਹੋਣੀ ਵੀ ਵਿਧਾਨ ਸਭਾ ਵਾਲੀ ਵੱਖਰੀ ਜ਼ਮੀਨ ਮੰਗਦੇ ਆ, ਤਾਂ ਇਸ ਦਾ ਮਤਲਬ ਹੈ ਕਿ ਵਿਚਾਰਧਾਰਕ ਤੌਰ ਤੇ ਦੋਨੋਂ ਪਾਰਟੀਆਂ ਚੰਡੀਗੜ੍ਹ ਦੇ ਮਾਮਲੇ ਤੇ ਜਾਂ ਪੰਜਾਬ ਦੇ ਮਸਲੇ ਤੇ ਇੱਕੋ ਨੀਤੀ ਤੇ ਚੱਲ ਰਹੇ ਆ। ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ? ਬਿਲਕੁਲ ਜੀ, ਤੁਹਾਡੀ ਗੱਲ ਬਿਲਕੁਲ ਦੁਰਸਤ ਆ। ਜਿਹੜੀ ਨੀਤੀ ਤੇ ਹਰਿਆਣਾ ਚੱਲ ਰਿਹਾ, ਉਸੇ ਤੇ ਆਮ ਆਦਮੀ ਪਾਰਟੀ ਚੱਲ ਰਹੀ ਹੈ। ਹੁਣ ਤੁਸੀਂ ਦੇਖੋ, ਰਾਜ ਸਭਾ ਮੈਂਬਰ ਇਹਨਾਂ ਮਾਮਲਿਆਂ ਬਾਰੇ ਕਦੇ ਨਹੀਂ ਬੋਲੇ, ਤੇ ਪਹਿਲਾ ਮੁੱਦਾ ਉਹਨਾਂ ਨੇ ਉਠਾਇਆ ਕਿ ਦਿੱਲੀ ਮਾਡਲ ਪੇਸ਼ ਕਰਨ ਜਾਣਾ ਸੀ ਸਿੰਗਾਪੁਰ, ਤੁਸੀਂ ਉਹਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਤੇ ਸੰਤ ਸਿੱਚੇਵਾਲ ਜੀ ਜਿਹੜੇ ਕਹਿੰਦੇ ਸੀ ਮੈਂ ਆਮ ਆਦਮੀ ਪਾਰਟੀ ਦੀ ਸਿਆਸਤ ਨਹੀਂ ਕਰਨੀ, ਉਹ ਵੀ ਭਗਵਾਂ ਚੌੜਾ ਪਾ ਕੇ ਉਸੇ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਨੇ। ਸੋ ਇਸ ਕਰਕੇ ਦੂਜਾ ਹੁਣ ਉਹਨਾਂ ਨੇ ਕੀਤਾ, ਰਾਘਵ ਚੱਡੇ ਨੇ ਬਿਆਨ ਦਿੱਤਾ ਕਿ ਜਿਹੜੀ ਕਮੇਟੀ ਬਣੀ ਆ ਐਮਐਸਪੀ ਬਾਰੇ, ਹਾਂਜੀ, ਉਹਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਨਹੀਂ ਦਿੱਤੀ। ਨੁਕਤਾ ਚਾਹੇ ਸਹੀ ਹੈ, ਪਰ ਉਹ ਜਿਹੜੀ ਕਮੇਟੀ ਕਿਸਾਨ ਅੰਦੋਲਨ ਦੀ ਮੰਗ ਅਨੁਸਾਰ ਥੋੜ੍ਹਾ ਬਣੀ ਆ। ਕਿਸਾਨ ਦੀ ਮੰਗ ਸੀ ਖੇਤੀ ਜਿਣਸਾਂ ਨੂੰ ਘੱਟੋ ਘੱਟ ਸਹਾਇਕ ਮੁੱਲ ਤੇ ਖਰੀਦਣ ਲਈ ਇਹਦੀ ਗਾਰੰਟੀ ਕਰਨ ਲਈ ਕਾਨੂੰਨ ਬਣਾਇਆ ਜਾਵੇ। ਕਾਨੂੰਨ ਬਣਾਉਣ ਲਈ ਤਾਂ ਕਮੇਟੀ ਬਣੀ ਹੋ ਨਹੀਂ, ਉਹ ਤਾਂ ਬਣਾਈ ਇਸ ਕਰਕੇ ਆ ਵੀ ਐਮਐਸਪੀ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਇਹਨੂੰ ਵੱਧ ਪਾਰਦਰਸ਼ਤਾ ਬਣਾਉਣ ਲਈ, ਹੋਰ ਕਰਨ ਲਈ ਇਹ ਸੁਝਾਅ ਦਿਓ। ਤੇ ਐਮਐਸਪੀ ਉੱਥੇ ਕਿੱਥੇ ਆ? ਉਹ ਕਹਿੰਦੇ ਵੀ 0 ਬਜਟ ਵਾਲੀ ਖੇਤੀ ਹੋਣੀ ਚਾਹੀਦੀ ਆ। ਇਹਦੇ ਲਈ ਵੀ ਇੱਕ ਕਮੇਟੀ ਆ ਜਿਹੜੀ ਸਾਨੂੰ ਸੁਝਾਅ ਦਿਓ। ਕਿਸਾਨਾਂ ਦੀਆਂ ਲਾਗਤਾਂ ਦਾ ਮੁੱਲ ਮੋੜਨ ਦੀ ਥਾਂ ਕਿਸਾਨਾਂ ਦੇ ਗਲ ਢੋਲ ਪਾਉਣ ਨੂੰ ਫਿਰਦੇ ਆ ਕਿ ਆਪਣੀਆਂ ਲਾਗਤਾਂ ਘਟਾਓ, ਜੇ ਬਚਣਾ ਸਾਡੇ ਤੋਂ ਕੋਈ ਆਸ ਨਾ ਰੱਖੋ। ਅਸਲ ਮੁੱਦਾ ਜਿਹੜਾ ਉਹ ਤੋਂ ਧਿਆਨ ਭਟਕਾਉਣ ਲਈ ਪੰਜਾਬ ਨੂੰ ਨੁਮਾਇੰਦਗੀ ਦਿਓ। ਪੰਜਾਬ ਨੂੰ ਨੁਮਾਇੰਦਗੀ ਵੀ ਮਿਲਣੀ ਚਾਹੀਦੀ ਆ, ਹਰਿਆਣਾ ਨੂੰ ਵੀ ਮਿਲਣੀ ਚਾਹੀਦੀ ਆ, ਪਰ ਅਸਲ ਗੱਲ ਇਹ ਆ ਕਿ ਜਿਹੜੀ ਲਾਈਨ ਤੇ ਉਹ ਕਮੇਟੀ ਬਣਾਈ ਆ ਉਹਨੂੰ ਨਾਲ ਦੀ ਨਾਲ ਚੈਲੰਜ ਕਰਨਾ ਜ਼ਰੂਰੀ ਆ, ਜਿੱਤੋਂ ਟਾਲਾ ਵੱਟ ਗਏ। ਇਹੀ ਆ ਰਾਘਵ ਚੱਡਾ ਜਿਹੜਾ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਹਿੰਦਾ ਰਾਜਾਂ ਨੂੰ ਕੋਈ ਹੱਕ ਨਹੀਂ ਇਹ ਕਾਨੂੰਨਾਂ ਨੂੰ ਰੱਦ ਕਰਨ ਦਾ, ਲਾਗੂ ਨਾ ਕਰਨ। ਜਦੋਂ ਉਹਨੂੰ ਪੁੱਛਿਆ ਵੀ ਇੱਕ ਕਾਨੂੰਨ ਤਾਂ ਤੁਸੀਂ ਖੇਤੀ ਵਾਲਾ ਨੋਟੀਫਾਈ ਵੀ ਕਰਤਾ ਉੱਥੇ, ਉਹ ਕਹਿੰਦਾ ਵੀ ਅਸੀਂ ਰੋਕ ਹੀ ਨਹੀਂ ਸਕਦੇ। ਜਿਹਦੀ ਇਹ ਪੋਜੀਸ਼ਨ ਹੋਵੇ ਪਹਿਲਾਂ, ਉਹ ਹੁਣ ਇਹ ਗੱਲਾਂ ਕਰ ਰਿਹਾ। ਸੋ ਇਸ ਕਰਕੇ ਰਾਜ ਸਭਾ ਮੈਂਬਰਾਂ ਦੀ ਜਦੋਂ ਚੋਣ ਹੋਈ ਸੀ, ਉਹਦੀ ਸਾਰਿਆਂ ਦਾ ਮੱਥਾ ਠੰਡ ਗਿਆ ਸੀ ਕਿ ਉਹ ਲੋਕ ਨੁਮਾਇੰਦੇ ਬਣਾਏ ਨੇ ਜਿਨ੍ਹਾਂ ਦਾ ਪੰਜਾਬ ਦੇ ਹਿੱਤਾਂ ਨਾਲ, ਪੰਜਾਬ ਦੇ ਸੱਭਿਆਚਾਰ ਨਾਲ, ਪੰਜਾਬ ਦੀ ਬੋਲੀ ਨਾਲ ਹੁਣ ਤੱਕ ਨਾ ਕੋਈ ਸੰਘਰਸ਼ ਰਿਹਾ, ਨਾ ਕੋਈ ਸੋਚ ਰਹੀ ਆ, ਜਿਨ੍ਹਾਂ ਦਾ ਪੰਜਾਬ ਨਾਲ ਕੋਈ ਸੰਬੰਧ ਵੀ ਨਹੀਂ ਰਿਹਾ। ਇਹਨੂੰ ਢੱਕਣ ਲਈ ਇਹਨਾਂ ਨੇ ਬਾਬਾ ਸੀਚੇਵਾਲ ਦਾ ਢਾਲ ਬਣਾਈ। ਫਿਰ ਆਖਰ ਦੇ ਵਿੱਚ ਆ ਕੇ ਬਾਬਾ ਸੀਚੇਵਾਲ ਦਾ ਵਾਤਾਵਰਣ ਸੰਬੰਧੀ ਰੋਲ ਹਾਂ ਪੱਖੀਆ, ਇਹਨੂੰ ਪ੍ਰਵਾਨ ਕਰਨ ਚ ਕੋਈ ਰੌਲਾ ਨਹੀਂ, ਪਰ ਪੰਜਾਬ ਦੇ ਹਿੱਤਾਂ ਲਈ, ਪੰਜਾਬ ਦੇ ਹਿੱਤਾਂ ਲਈ, ਪੰਜਾਬ ਦੇ
ਮਸਲੇ ਹੱਲ ਕਰਨ ਲਈ। ਉਹਨਾਂ ਕੋਲੇ ਨਾ ਸੋਚ ਆ, ਨਾ ਸੋਝੀ ਆ, ਤੇ ਨਾ ਅੱਜ ਤੱਕ ਉਹ ਕਦੇ ਬੋਲੇ ਨੇ ਜੀ। ਬਿਲਕੁਲ ਠੀਕ ਹੈ। ਇਹਦੇ ਚ ਇੱਕ ਗੱਲ ਹੋਰ ਮਾਲੀ ਜੀ ਮੈਂ ਜਾਣਨੀ ਚਾਹੁੰਦਾ ਆ, ਤੋਮਰ ਹੋਣਾ ਦਾ ਇਹਦੇ ਜਵਾਬ ਆਇਆ, ਜੋ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਨੂੰ ਨੁਮਾਇੰਦਗੀ ਨਹੀਂ ਦਿੱਤੀ ਗਈ, ਜਾਂ ਪੰਜਾਬ ਸਰਕਾਰ ਨੇ ਵੀ ਕਿਹਾ ਆ, ਕਿਉਂਕਿ ਨੁਮਾਇੰਦੇ ਆ ਜਿਹੜੇ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਵੀ ਮੰਗ ਕੀਤੀ ਹੈ। ਲੇਕਿਨ ਤੋਮਰ ਦੀ ਇਹਦੇ ਇੱਕ ਕਾਊਂਟਰ ਸਟੇਟਮੈਂਟ ਆਈ ਹੈ, ਉਹਨਾਂ ਨੇ ਇਹ ਕਿਹਾ ਆ ਕਿ ਆਪਣੀ ਗੱਲ ਜਿਹੜੀ ਸੰਯੁਕਤ ਕਿਸਾਨ ਮੋਰਚਾ ਆ ਉਹ ਕਮੇਟੀ 'ਚ ਆ ਕੇ ਰੱਖਣ। ਇਹਦਾ ਮਤਲਬ ਹੈ ਕਿ ਜਿਹੜੀ ਕਮੇਟੀ ਉਹਨਾਂ ਨੇ ਬਣਾਈ ਹੈ, ਉਸੇ ਕਮੇਟੀ ਦੇ ਅੱਗੇ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਵੱਡੇ ਆਗੂਆਂ ਨੂੰ ਜਾ ਕੇ ਗੱਲ ਰੱਖਣੀ ਪਏਗੀ। ਇਹ ਤੋਮਰ ਨੇ ਸਾਫ਼ ਕਰ ਦਿੱਤਾ ਹੈ, ਜਿਹੜੇ ਖੇਤੀ ਮੰਤਰੀ ਨੇ, ਕੇਂਦਰੀ ਖੇਤੀ ਮੰਤਰੀ। ਬਿਲਕੁਲ ਜੀ, ਉਹਨਾਂ ਦੀ ਸਾਫ਼ ਤੇ ਸਪਸ਼ਟ ਨੀਤੀ ਹੈ। ਉਹ ਚਾਹੇ ਉਹਨਾਂ ਨੇ ਬਿੱਲ ਵਾਪਸ ਲੈ ਲੇ, ਪਰ ਉਹ ਬਿੱਲਾਂ ਦੇ ਵਿੱਚ ਜਿਹੜੀ ਭਾਵਨਾ ਉਹਨੂੰ ਉਹ ਲਾਗੂ ਕਰ ਰਹੇ ਨੇ। ਆਨਲਾਈਨ ਜਿਣਸਾਂ ਖਰੀਦਣ ਦਾ ਪੋਰਟਲ ਉਹਨਾਂ ਨੇ ਚਲਾਤਾ, ਲਾਗੂ ਕਰਤਾ। ਹੁਣ ਜਿਹੜੀ ਕਮੇਟੀ ਉਸ ਮੰਤਵ ਖਾਤਰੇ ਨਹੀਂ ਬਣੀ ਜੋ ਕਿਸਾਨ ਅੰਦੋਲਨ ਦੀ ਮੰਗ ਸੀ, ਉਹਦੇ ਵਿੱਚ ਇਹ ਜਾ ਕੇ ਕਰਨਗੇ ਕੀ? ਉਹਨਾਂ ਦੀ ਰਾਮਕਾਰ ਦੇ ਵਿੱਚ ਆ, ਜਿਵੇਂ ਪਹਿਲਾਂ ਕਹਿੰਦੇ ਸੀ ਨਾ ਵੀ ਕਾਨੂੰਨ ਰੱਦ ਨਾ ਕਰਵਾਓ, ਸੋਧਾਂ ਚਾਹੇ ਸਾਰੀਆਂ ਕਰਵਾ ਲਓ, ਸਾਡਾ ਫਰੇਮਵਰਕ ਆ ਜਿਹੜਾ ਉਹਨੂੰ ਚੈਲੰਜ ਨਾ ਕਰੋ, ਇਹ ਖਾਲੀ ਪੀਪਾ ਸਾਡੇ ਕੋਲ ਰਹਿਣ ਦਿਓ। ਤੇ ਕਿਸਾਨ ਆਗੂ ਇਹ ਕਹਿੰਦੇ ਸੀ ਸਾਨੂੰ ਪਤਾ, ਤੁਸੀਂ ਕਹਿੰਦੇ ਹੋ ਨਾ ਮਠਿਆਈ ਸਾਰੀ ਲੈ ਜਾਓ, ਪੀਪਾ ਸਾਡੇ ਕੋਲੇ ਰਹਿਣ ਦਿਓ, ਅਸੀਂ ਪੰਜਾਬ ਨਹੀਂ ਪਹੁੰਚਣਾ ਤੇ ਤੁਸੀਂ ਇਹਦੇ ਵਿੱਚ ਫੇਰ ਭਰ ਲੈਣਾ ਜੇ ਇਹ ਹੱਕ ਆ ਤੁਹਾਡੇ ਕੋਲੇ। ਉਹੀ ਗੱਲ ਕਮੇਟੀ ਜਦੋਂ ਮੰਤਵ ਉਹਦਾ ਹੋਰ ਆ, ਉਹਦੇ ਵਿੱਚ ਕਿਸਾਨ ਆਗੂਆਂ ਦਾ ਉੱਥੇ ਜਾ ਕੇ ਬੋਲਦੇ ਨੇ ਜਾਂ ਬਾਈਕਾਟ ਕਰਦੇ ਨੇ। ਦੇਖੋ ਇਹ ਫੈਸਲਾ ਲੈਣ ਦਾ ਉਹਨਾਂ ਨੂੰ ਅਧਿਕਾਰ ਆ, ਮੈਂ ਇਹਦੇ ਵਿੱਚ ਚੈਲੰਜ ਨਹੀਂ ਕਰਦਾ, ਪਰ ਮੇਰੀ ਰਾਏ ਇਹ ਆ ਕਿ ਕਿਸਾਨ ਅੰਦੋਲਨ ਦੇ ਮੰਤਵ ਨੂੰ ਡਿਫੀਟ ਕਰਨ ਲਈ, ਉਹਨੂੰ ਹਾਰ ਦੇਣ ਲਈ ਇਹ ਕਮੇਟੀ ਬਣੀ ਆ। ਇਹ ਕਿਸਾਨ ਅੰਦੋਲਨ ਨੇ ਆਗੂਆਂ ਨੇ ਸੋਚਣਾ ਕਿ ਉਹਨਾਂ ਨੇ ਇਹਦੇ ਬਾਰੇ ਕਿਹੋ ਜਿਹੀ ਪਹੁੰਚ ਤੇ ਰਵੱਈਆ ਅਪਣਾਉਣਾ। ਇਹਦੇ ਤੇ ਅਸੀਂ 1 ਮਿੰਟ ਹੋਰ ਲਾਉਣਾ ਚਾਹੁੰਦੇ ਆ, ਕਿਉਂਕਿ ਤੁਸੀਂ ਕਿਸਾਨ ਮੋਰਚੇ ਦੇ ਆਗੂਆਂ ਦੀ ਗੱਲ ਕੀਤੀ ਹੈ, ਮੈਂ ਵੀ ਤੁਹਾਨੂੰ ਸਵਾਲ ਕੀਤਾ ਸੀ। ਤੁਹਾਨੂੰ ਲੱਗਦਾ ਹੈ ਕਿ ਜਿਹੜਾ ਜਲਾਉ ਸਾਨੂੰ ਸ਼ੁਰੂਆਤੀ ਦੌਰ 'ਚ ਦੇਖਣ ਨੂੰ ਮਿਲਿਆ, ਜਦੋਂ ਕਿਸਾਨ ਖੁਸ਼ੀ 'ਚ ਪੰਜਾਬ ਵਾਪਸ ਮੁੜੇ ਸੀ ਕਿ ਅਸੀਂ ਯੁੱਧ ਜਿੱਤ ਕੇ ਆਏ ਹਾਂ, ਔਰ ਲੱਗਦਾ ਹੈ ਤੁਹਾਨੂੰ ਕਿ ਹਾਲੇ ਉਹੀ ਜਲਾਉ ਕਿਸਾਨ ਜਥੇਬੰਦੀਆਂ ਦੇ ਵਿੱਚ ਹੈ, ਔਰ ਸੰਯੁਕਤ ਕਿਸਾਨ ਮੋਰਚਾ ਉਨਾ ਹੀ ਪ੍ਰਭਾਵਸ਼ਾਲੀ ਦੁਬਾਰਾ ਹੋਵੇਗਾ ਜੇ ਦੁਬਾਰਾ ਅੰਦੋਲਨ ਛਿੜੇਗਾ? ਤਾਂ ਤੁਹਾਨੂੰ ਲੱਗਦਾ ਹੈ ਇਹਦੇ ਦੋ ਪੱਖ ਨੇ ਮਦਨਦੀਪ ਜੀ। ਪਹਿਲੀ ਗੱਲ ਤਾਂ ਇਹ ਆ, ਸੰਯੁਕਤ ਕਿਸਾਨ ਮੋਰਚਾ ਜੋ ਇਹਨਾਂ ਨੇ ਉਸ ਮੋਰਚੇ ਦੌਰਾਨ ਕੇਂਦਰ ਸਰਕਾਰ ਨਾਲ ਗੱਲਬਾਤ ਦੌਰਾਨ ਸਾਂਝੀ ਸਮਝ ਪੇਸ਼ ਕੀਤੀ, ਇਹਦੀਆਂ ਬਹੁਤ ਧਿਰਾਂ ਨੇ ਉਸ ਸਮਝ ਦੀ ਭਟਕ ਗਈਆਂ, ਖਾਸ ਕਰਕੇ ਪੰਜਾਬ ਵਾਲੇ, ਕਿਉਂਕਿ ਨੁਕਤਾ ਉਠਾਇਆ ਸੀ ਫੈਡਰਲ ਢਾਂਚੇ ਦਾ, ਰਾਜਾਂ ਦੇ ਹੱਕਾਂ ਦਾ। ਹੁਣ ਜਦੋਂ ਤੁਸੀਂ MSP ਤੈਅ ਕਰਨੀ ਆ, ਉੱਥੇ ਵੀ ਤੁਹਾਨੂੰ ਫੈਡਰਲ ਪਹੁੰਚ ਅਪਣਾਉਣੀ ਪਊਗੀ। ਜਿੱਥੇ ਲਾਗਤ ਕੀਮਤ ਪੰਜਾਬ ਵਾਲੇ ਤਾਂ ਇਹ ਕਹਿੰਦੇ ਨੇ ਵੀ ਜਿਹੜੀ ਤੁਹਾਡੀ MSP ਆ ਇਹ ਸਾਡੀ ਲਾਗਤ ਕੀਮਤ ਨਹੀਂ ਪੂਰਾ ਕਰਦੀ, ਸਾਨੂੰ ਇਹ ਕਰਜ਼ਾਈ ਬਣਾ ਰਹੀ ਆ। ਦੂਜੇ ਸੂਬੇ ਵਾਲੇ ਇਹ ਕਹਿ ਰਹੇ ਨੇ ਵੀ ਇਹ ਕਿਹੜੀ ਕੋਕੋ ਦਾ ਨਾਂ MSP, ਅਸੀਂ ਤਾਂ ਕਦੇ ਦਰਸ਼ਨ ਹੀ ਨਹੀਂ ਕੀਤੇ। ਸੋ ਇਸ ਕਰਕੇ ਫੈਡਰਲ ਪਹੁੰਚ ਨਾਲ MSP ਤੈਅ ਕੀਤੀ ਜਾਊ। ਜੇ ਸਾਰੇ ਮੁਲਕ ਦਾ ਭੋਏ ਦੀ ਸ਼ਕਤੀ ਇੱਕ ਨਹੀਂ, ਵਾਤਾਵਰਨ ਇੱਕ ਨਹੀਂ, ਸਿੰਜਾਈ ਦੀਆਂ ਸਹੂਲਤਾਂ ਇੱਕ ਨਹੀਂ, ਫਸਲਾਂ ਇੱਕ ਨਹੀਂ, ਉੱਥੇ ਜੇ ਸਾਂਝੇ ਖੇਤੀ ਕਾਨੂੰਨ ਨਹੀਂ ਬਣ ਸਕਦੇ ਤਾਂ ਇੱਕ ਸਾਂਝੀ MSP ਤੈਅ ਕਰਨ ਨਾਲ ਵੀ ਇਹ ਮਸਲੇ ਹੱਲ ਨਹੀਂ ਹੋਣੇ। ਇਸ ਕਰਕੇ ਜੋ ਬਣਾਉਣੇ ਪੈਣਗੇ, ਉਹਨਾਂ ਦੀ ਲਾਗਤ ਕੀਮਤ ਦੇ ਅਨੁਸਾਰ ਉਸ ਤਰ੍ਹਾਂ ਦੇ ਭਾਅ ਜਿਹੜੇ ਉਹ ਤੈਅ ਕੀਤੇ ਜਾਣੇ ਚਾਹੀਦੇ ਨੇ। ਤੇ ਹੁਣ ਜਿਹੜੀ ਚੀਜ਼ ਪੰਜਾਬ ਦੇ ਵਿੱਚ ਪੈਦਾ ਹੁੰਦੀ ਆ, ਉਹ ਚੀਜ਼ ਹੋਰ ਸੂਬੇ 'ਚ ਹੋਰ ਤਰ੍ਹਾਂ ਪੈਦਾ ਹੁੰਦੀ ਆ। ਕਿਤੇ ਗੰਨਾ ਜ਼ਿਆਦਾ ਪੈਦਾ ਹੁੰਦਾ, ਕਿਤੇ ਧਰਤੀ ਕਪਾਹ ਵਾਲੀ ਆ, ਕਿਤੇ ਧਰਤੀ ਚੌਲਾਂ ਵਾਲੀ ਆ, ਕਿਤੇ ਧਰਤੀ ਕਣਕ ਵਾਲੀ ਆ, ਕਿਤੇ ਹੋਰ ਫਸਲਾਂ ਵਾਲੀ ਆ। ਸੋ ਇਸ ਕਰਕੇ ਮੁੱਢੋਂ ਸੁੱਢੋਂ ਜਿਹੜੀ ਕੀਮਤ ਤੈਅ ਕਰਨੀ ਨੀਤੀ ਆ, ਉਹਦੇ ਵਿੱਚ ਬਦਲਾਅ ਕਰਨੇ ਪੈਣਗੇ। ਤੇ ਸੰਯੁਕਤ ਕਿਸਾਨ ਮੋਰਚੇ ਦੀ ਅਜਿਹੀ ਸਮਝ ਹਾਲੇ ਤੱਕ ਸਾਹਮਣੇ ਨਹੀਂ ਆਈ। ਇਸੇ ਕਰਕੇ ਇਹਨਾਂ ਨੇ ਨਾ ਬੰਦੇ ਦਿੱਤੇ ਨੇ ਉਹਦੇ ਬਾਰੇ, ਨਾ ਕਮੇਟੀ ਕਹੀ ਜੀ ਬਣੇ ਉਹਦੇ ਬਾਰੇ ਉਹਨਾਂ ਨੂੰ ਚੈਲੰਜ ਪਹਿਲਾਂ ਕੀਤਾ, ਗੱਲਬਾਤ ਤੋਰੀ ਆ। ਸੋ ਇੱਕ ਤਾਂ ਸਮਝ ਦੇ ਪੱਧਰ ਤੇ ਆ ਜਿਹੜਾ ਉਹ ਖੰਡਾ ਆਇਆ ਹੋਇਆ, ਦੂਜਾ ਜਲਾਉ ਆ ਜਿਹੜਾ ਉਹ ਵੀ ਪਹਿਲਾਂ ਨਾਲੋਂ ਘੱਟ ਆ। ਕਿਸਾਨ ਆਗੂ ਇੱਕ ਦੂਜੇ ਤੇ ਦੋਸ਼ ਲਾਉਣ ਦੇ ਰਾਹ ਤੁਰੇ ਹੋਏ ਨੇ। ਹੁਣ ਡੱਲੇਵਾਲ ਸਾਹਿਬ ਕਹਿ ਰਹੇ ਨੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਇਹਨੇ 3000 ਕਰੋੜ ਮੋਰਚਾ ਵੇਚਤਾ। ਹੁਣ ਜੇ ਇੰਨੀਆਂ ਜਿਹੀਆਂ ਗੱਲਾਂ ਇਹ ਲੋਕ ਕਰਨਗੇ
ਤਾਂ ਮੁੜ ਕੇ ਇਕੱਠੇ ਹੋਣ ਦੇ ਵਿੱਚ, ਜਲਾਉ ਬਣਾਉਣ ਦੇ ਵਿੱਚ ਬਹੁਤ ਵੱਡੀਆਂ ਦਿੱਕਤਾਂ ਆਉਣਗੀਆਂ। ਚੌਧਰ ਦੀ ਲਾਲਸਾ ਵਿੱਚ ਫਸ ਗਿਆ ਸੱਚੇ ਨਾ, ਵੀ ਕੌਣ ਵੱਡਾ ਲੀਡਰ ਬਣ ਕੇ ਨਿਤਰੂਗਾ। ਲੇਕਿਨ ਅਗਲੀ ਗੱਲ ਅਸੀਂ ਜਿਹੜੀ ਕਰਨੀ ਆ ਉਹ ਵੀ ਬੜੀ ਜ਼ਰੂਰੀ ਹੈ। ਦੋ ਸਾਡੇ ਕੋਲ ਹਾਲੇ ਹੋਰ ਮਸਲੇ ਹੈਗੇ ਆ ਜਿਨ੍ਹਾਂ ਤੇ ਅਸੀਂ 5-5 4-4 ਮਿੰਟ ਲਾਉਣਾ ਚਾਹੁੰਦੇ ਆ। ਪ੍ਰਤਾਪ ਬਾਜਵੇ ਹੁਣੀ ਕਹਿੰਦੇ ਆ ਕਿ ਭਗਵੰਤ ਮਾਨ 4 ਕੁ ਮਹੀਨੇ ਹੋਰ ਕੱਟਣਗੇ। ਉਹ ਕਹਿੰਦੇ ਇਸ ਤੋਂ ਬਾਅਦ ਇਹ ਮੁੱਖ ਮੰਤਰੀ ਨਹੀਂ ਹੋਣਗੇ। ਉਹਨਾਂ ਕੋਲੇ ਪਤਾ ਨਹੀਂ ਕਿਹੜੀ ਇਹ ਯੰਤਰ ਪ੍ਰਣਾਲੀ ਹੈ, ਉਹ ਕਿਸ ਤਰ੍ਹਾਂ ਇਸ ਬਾਰੇ ਸੋਚ ਰਹੇ ਆ। ਇਹਦੇ ਤੇ ਥੋੜਾ ਜਿਹਾ ਚਾਨਣਾ ਪਾਓ ਵੀ ਕੀ ਮਾਮਲਾ ਕੀ ਹੈ। ਔਰ ਅੱਗੇ ਜਾ ਕੇ ਥੋੜੇ ਮਾਨ ਸਾਹਿਬ ਤੇ ਵੀ ਗੱਲ ਕਰਨੀ ਚਾਹੁੰਦੇ ਆ। ਮੈਂ ਪਿਛਲੇ ਦਿਨਾਂ ਤੁਹਾਡੀਆਂ ਲਗਾਤਾਰ ਪੋਸਟਾਂ ਪੜ੍ਹ ਰਿਹਾ ਔਰ ਮਾਨ ਸਾਹਿਬ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਮਾਮਲਾ ਉਹ ਚਾਹੇ ਤੁਸੀਂ ਗੰਭੀਰਤਾ ਨਾਲ ਲਓ ਜਾਂ ਨਾ ਲਓ, ਪਰ ਉਹਦਾ ਅਸਰ ਬਹੁਤ ਗੰਭੀਰ ਹੋ ਰਿਹਾ ਆ। ਲੇਕਿਨ ਸਭ ਤੋਂ ਪਹਿਲਾਂ ਜਿਹੜਾ ਇਹ ਕਹਿ ਰਹੇ ਆ ਕਿ ਭਗਵੰਤ ਮਾਨ ਹੋਣੀ 4 ਕੁ ਮਹੀਨੇ ਦੇ ਮੁੱਖ ਮੰਤਰੀ ਹੈ ਪ੍ਰਤਾਪ ਬਾਜਵਾ, ਉਹਨਾਂ ਕੋਲੇ ਕੀ ਆਧਾਰ ਆ ਇਸ ਸਿੱਟੇ ਤੇ ਪਹੁੰਚਣ ਦਾ? ਇੱਕ ਤਾਂ ਮਦਨਦੀਪ ਜੀ ਇੱਕ ਗੱਲ ਸਾਹਮਣੇ ਆ ਗਈ ਕਿ ਪੰਜਾਬ ਦੇ ਵਿੱਚ ਜਿਹੜੀ ਹਾਈ ਕਮਾਂਡ ਆ ਉਹ ਮੁੱਖ ਮੰਤਰੀ ਦੇ ਹੱਥ 'ਚ ਨਹੀਂ ਹੈ। ਇੱਕ ਸੁਪਰ ਮੰਤਰੀ ਆ, ਇੱਕ ਸਲਾਹਕਾਰ ਮੁੱਖ ਮੰਤਰੀ ਆ, ਇੱਕ ਚੁਣਿਆ ਹੋਇਆ ਮੁੱਖ ਮੰਤਰੀ ਆ। ਸਾਂਝੀ ਕਮਾਂਡ ਨਹੀਂ ਸਾਹਮਣੇ ਆ ਰਹੀ, ਜਿਹਦੇ ਕਰਕੇ ਯੂ ਟਰਨ ਆ ਰਹੀਆਂ ਨੇ, ਜਿਹਦੇ ਕਰਕੇ ਬਿਆਨ ਬਦਲੇ ਜਾ ਰਹੇ ਨੇ। ਦੂਜੀ ਗੱਲ, ਬੰਦੇ ਦਾ ਬੰਦਾ ਹੋਣਾ ਤੇ ਬੰਦੇ ਦਾ ਵਿਰੋਧੀ ਹੋਣਾ ਇਹ ਕੋਈ ਸਹੀ ਸੋਚ ਨਹੀਂ। ਅਸਲ ਗੱਲ ਇਹ ਆ ਵੀ ਪੰਜਾਬ ਬਾਰੇ ਨੀਤੀ ਪਾਲਿਸੀ ਕੀ ਹੋਵੇ, ਕੀ ਪੰਜਾਬ ਦੇ ਮੁੱਦੇ ਨੇ, ਉਹਨਾਂ ਨੂੰ ਹੱਲ ਕਰਨ ਲਈ ਕਿਹੜੀਆਂ ਨੀਤੀਆਂ ਦੀ ਲੋੜ ਆ, ਕਹੀ ਜੀ ਕਾਰਜਸ਼ੈਲੀ ਹੋਣੀ ਚਾਹੀਦੀ ਆ। ਇਹਦੀ ਥਾਂ ਜਿਵੇਂ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਆ, ਸਾਰਿਆਂ ਦਾ ਜ਼ੋਰ ਲੱਗਿਆ ਹੋਇਆ ਪੰਜਾਬ ਬਾਰੇ ਟੂ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ। ਪੰਜਾਬ ਦੇ ਵਿੱਚ ਮੁੱਦੇ ਬਾਰੇ, ਮਸਲੇ ਬਾਰੇ ਗੱਲ ਨਿੱਤਰਨੇ ਨਾ ਦਿਓ। ਇਹ ਤਾਂ ਖਦਸ਼ਾ ਹੈ ਕਿ ਪੰਜਾਬ ਦੇ ਵਿੱਚ ਵੀ ਮਹਾਰਾਸ਼ਟਰ ਵਰਗਾ ਆਪਰੇਸ਼ਨ ਹੋ ਸਕਦਾ, ਕਿਉਂਕਿ ਕਮਾਂਡ ਹੈ ਨਹੀਂ, ਮੁੱਖ ਮੰਤਰੀ ਕੋਲੇ ਹੈ ਨਹੀਂ, ਮੰਤਰੀਆਂ ਕੋਲੇ ਹੈ ਨਹੀਂ, ਵਿਧਾਇਕਾਂ ਕੋਲੇ ਹੈ ਨਹੀਂ, ਜਿਹਦਾ ਰਿਜ਼ਲਟ ਅਸੀਂ ਸੰਗਰੂਰ ਵੇਖ ਲਿਆ। ਜੇ ਭਗਵੰਤ ਮਾਨ ਬਦਲ ਕੇ ਕੋਈ ਹੋਰ ਵੀ ਆਜੂ, ਮੈਂ ਕਹਿੰਦਾ ਇਹਨਾਂ ਦੇ ਪੰਜਾਬ ਵਾਲਿਆਂ 'ਚ ਹੀ ਆਜੂ, ਇਹਦੇ ਨਾਲ ਮਸਲਾ ਕਿਹੜਾ ਹੱਲ ਹੋ ਜੂ ਜੀ? ਮੈਨੂੰ ਇਹ ਦੱਸੋ। ਪ੍ਰਤਾਪ ਸਿੰਘ ਬਾਜਵਾ ਮਸਲਿਆਂ ਦੇ ਹੱਲ ਪੇਸ਼ ਕਰਨ, ਨੀਤੀ ਦੇ ਮੁਕਾਬਲੇ ਬਦਲਵੀਂ ਨੀਤੀ ਪੇਸ਼ ਕਰਨ। ਇਸ ਕਰਕੇ ਉਹ ਵੀ ਗੱਲਾਂ ਨੂੰ ਦੂਜੇ ਪਾਸੇ ਟਾਲਣਾ ਚਾਹੁੰਦੇ ਨੇ। ਭਗਵੰਤ ਮਾਨ 6 ਮਹੀਨੇ ਚੱਲੂ, ਚਲੋ ਮੈਂ ਕਹਿੰਦਾ 8 ਮਹੀਨੇ ਚੱਲ ਜੂ, ਇਹਦੇ ਨਾਲ ਪੰਜਾਬ ਦਾ ਸੌਰ ਕੀ ਜਾਊ? ਜੇ ਪੰਜਾਬ ਦੀ ਆਮ ਆਦਮੀ ਪਾਰਟੀ ਅੰਦਰ ਮੌਜੂਦਾ ਸਰਕਾਰ ਦੀ ਕਾਰਜਸ਼ੈਲੀ ਬਾਰੇ, ਨੀਤੀਆਂ ਬਾਰੇ ਕੋਈ ਆਵਾਜ਼ ਹੀ ਨਹੀਂ ਉੱਠਦੀ, ਜੋ ਮਰਜ਼ੀ ਭਗਵੰਤ ਮਾਨ ਬਿਆਨ ਦੇ ਦਿੰਦਾ, ਚੁੱਪੇ ਰਹਿ ਜਾਂਦੇ ਨੇ। ਪਰ ਜਦੋਂ ਕਿਸੇ ਗੱਲ ਤੋਂ ਮਸਲੇ ਭਟਕਾਉਣੇ ਹੋਣ ਮੁੱਦਿਆਂ ਤੋਂ, ਤੇ ਫਿਰ 92 ਦੇ 92 ਕਾਂ ਕਰਨ ਲੱਗ ਜਾਂਦੇ ਨੇ। ਸੋ ਕਰਕੇ ਬਹੁਤ ਫਲੂਇਡ ਸਿਚੁਏਸ਼ਨ ਆ ਪੰਜਾਬ ਦੇ ਵਿੱਚ। ਲੀਡਰਸ਼ਿਪ ਵੀ ਚੇਂਜ ਹੋ ਸਕਦੀ ਆ। ਜਿਹੜੇ ਹਿਸਾਬ ਨਾਲ ਸੈਂਟਰ ਰਾਜ ਸਰਕਾਰਾਂ ਨੂੰ ਤੋੜ ਰਿਹਾ, ਦਵਲ ਰਿਹਾ, ਉਹਦੇ ਵਿੱਚੋਂ ਹੁਣ ਆਮ ਆਦਮੀ ਪਾਰਟੀ ਤੇ ਭਾਜਪਾ 'ਚ ਚਾਹੇ ਵਿਚਾਰਧਾਰਕ ਸਾਂਝ ਆ, ਪਰ ਸਿਆਸੀ ਟਕਰਾਅ ਵਧਣਾ, ਕਿਉਂਕਿ ਇਹਨਾਂ ਨੇ ਆਖਰ 'ਚ ਆ ਕੇ ਜਿਹੜਾ ਮੋਦੀ ਵਿਰੋਧੀ ਉਮੀਦਵਾਰ ਆ ਰਾਸ਼ਟਰਪਤੀ ਦਾ, ਉਹਨੂੰ ਹਮਾਇਤ ਦਿੱਤੀ ਆ। ਕਿਉਂਕਿ ਅਗਲੀ ਲੜਾਈ ਚੋਣਾਂ ਦੀ ਗੁਜਰਾਤ ਤੇ ਹਿਮਾਚਲ 'ਚ ਭਾਜਪਾ ਨਾਲ ਆ। ਕੋਈ ਗਿਣਤੀ ਮਿਣਤੀ ਹੋਵੇ, ਜੋ ਤੁਸੀਂ ਸਿਆਸੀ ਪੈਂਤੜਾ ਲਿਆ, ਉਹਦੇ ਨਾਲ ਆਪਸੀ ਟਕਰਾਅ ਵਧਣ ਦੇ ਅਸਾਰ ਨੇ। ਜਦੋਂ ਟਕਰਾਅ ਵੱਧਦਾ ਫਿਰ ਤੁਹਾਨੂੰ ਪਤਾ ਉਹ ਮਾਹਰ ਨੇ ਇਸ ਗੱਲ ਦੇ ਨਾਲ ਕਿੱਧਰ। ਦਿੱਲੀ ਵਾਲਿਆਂ ਨੂੰ ਤਾਂ ਨੱਪਣ ਨੂੰ ਫਿਰਦੇ ਨੇ, ਮੈਂ ਸੁਣਿਆ ਜੀ। ਕਿਹਨੂੰ ਨੱਪਣ ਨੂੰ ਫਿਰਦੇ? ਮਾੜੀ ਗੱਲ ਕਲੀਅਰ ਕਰੋ। ਦਿੱਲੀ ਵਾਲਾ ਮਨੀਸ਼ ਸਿਸੋਦੀਆ ਹੋਇਆ, ਸਤਿੰਦਰ ਜੈਨ ਆ ਜਿਹੜਾ, ਉਹਨਾਂ ਨੇ ਨੱਪਿਆ ਹੋਇਆ। ਤੇ ਇਹ ਆਪਣਾ ਜਿਹੜਾ ਰਾਘਵ ਚੱਡਾ ਇੱਥੇ ਆਇਆ, ਜਲ ਬੋਰਡ ਦਾ ਘੁਟਾਲਾ ਕਰਜ਼ਾ ਉਹਦੇ ਵਿੱਚ ਆਇਆ ਹੈ, ਵਿਧਾਇਕ ਛੱਡ ਕੇ ਪ੍ਰੋਟੈਕਸ਼ਨ ਵੀ ਲਈ ਆ ਇਹਦੇ ਰਾਜ ਸਭਾ ਦੀ ਪੱਕੀ। ਸੋ ਇਸ ਕਰਕੇ ਉਹਨਾਂ ਨੇ ਈਡੀ ਲਾਈ ਹੋਈ ਆ ਦਿੱਲੀ ਵਾਲਿਆਂ ਮਗਰ। ਤੇ ਤਾਂ ਹੀ ਤਾਂ ਕਹਿੰਦੇ ਨੇ ਈਡੀ ਆ ਜਿਹੜੀ ਸਾਨੂੰ ਕਦੇ ਵੀ ਗ੍ਰਿਫਤਾਰ ਕਰ ਸਕਦੀ ਆ, ਕਦੇ ਵੀ ਐ ਕਰ ਸਕਦੀ ਆ, ਜੋ ਕਿਉਂਕਿ ਦਿੱਲੀ ਮਾਡਲ ਦਾ ਨੰਗ ਨੰਗਾ ਹੋ ਰਿਹਾ। ਦਿੱਲੀ ਚੱਡਾ ਦੇ ਪਿੱਛੇ ਈਡੀ ਲੱਗੀ ਹੋਈ ਹੈ। ਹਾਂ, ਉਹ ਲਾਉਂਦੇ ਨੇ ਜੀ, ਸਾਰੇ ਮਗਰ ਲਾਉਂਦੇ ਨੇ। ਇਹ ਕਿਹੜਾ ਉਹਨਾਂ ਦੀ ਮਾਸੀ ਦੇ ਪੁੱਤ ਨੇ ਵੀ ਇਹਨਾਂ ਨੂੰ ਛੱਡਣਗੇ? ਉਹ ਸਿਆਸੀ ਤੌਰ ਤੇ ਟਕਰਾਅ ਹੈਗੀ ਆ ਨਾ, ਦਿੱਲੀ 'ਚ ਵੀ ਆ, ਪੰਜਾਬ 'ਚ ਵੀ ਆ, ਹੁਣ ਗੁਜਰਾਤ 'ਚ ਵੀ ਹੋਊ। ਚਾਹੇ ਉਹਨਾਂ ਦਾ ਵੱਖਰਾ ਫਾਇਦਾ ਉਹਨਾਂ ਦਾ ਵੀ ਇਹ ਲੜਾਈ ਆ ਕਾਂਗਰਸ ਮੁਕਤ ਭਾਰਤ ਵਾਲੀ ਗੱਲ ਨੂੰ ਵੀ ਅੱਗੇ ਤੋਰਦੀ ਆ, ਉਹਨਾਂ ਦੀ ਗੱਲ ਨੂੰ ਵੀ, ਜੇ ਕਾਂਗਰਸ ਪਿੱਛੇ ਹਟ ਕੇ ਆਪ ਆਉਂਦੀ ਆ, ਪਰ ਲੜਾਈ ਤਾਂ ਸਿਆਸੀ ਰਹਿਣੀ ਆ ਨਾ ਜੀ। ਜੇ ਸ਼ਿਵ ਸੈਨਾ ਤੇ ਭਾਰਤੀ ਜਨਤਾ ਪਾਰਟੀ, ਜਿਨ੍ਹਾਂ ਦੀ ਇੱਕ ਸੋਚ ਉਹੀ ਹਿੰਦੂਤਵ, ਉਹਨਾਂ 'ਚ ਐਡਾ ਟਕਰਾਅ ਪੈਦਾ ਹੋ ਸਕਦਾ, ਤਾਂ ਇਹਨਾਂ 'ਚ ਵੀ ਹੋ ਸਕਦਾ ਜੀ।
ਤੁਹਾਡੇ ਕਹਿਣ ਦਾ ਭਾਵ ਹੈ ਵੀ ਆਮ ਆਦਮੀ ਪਾਰਟੀ ਨੂੰ ਇੰਨਾ ਕੋਈ ਉਭਾਰ ਦੇਣਗੇ ਜਿੰਨਾ ਕੋ ਕਾਂਗਰਸ ਨੇ ਕਿਸੇ ਜ਼ਮਾਨੇ ਬੀਜੇਪੀ ਨੂੰ ਦਿੱਤੀ ਰੱਖਿਆ ਹੈ। ਜੀ ਜੀ। ਪਰ ਦੂਜਾ ਜਿਹੜਾ ਮਾਮਲਾ ਹੈ ਸਿਮਰਨਜੀਤ ਸਿੰਘ ਮਾਨ ਦਾ, ਉਹਦੇ ਬਾਰੇ ਤੁਸੀਂ ਲਗਾਤਾਰ ਲਿਖ ਰਹੇ ਹੋ। ਤੁਸੀਂ ਇਹ ਵੀ ਲਿਖਿਆ ਆ ਕਿ ਤੁਸੀਂ ਮਾਨ ਦਾ ਬੇਸ਼ੱਕ ਵਿਰੋਧ ਕਰੋ ਪਰ ਪੱਗ ਨਾ ਉਛਾਲੋ। ਸਿਮਰਨਜੀਤ ਸਿੰਘ ਮਾਨ ਨੇ ਜਿਹੜਾ ਬਿਆਨ ਦਿੱਤਾ ਆ, ਉਹ ਬਿਆਨ ਭਗਤ ਸਿੰਘ ਦੇ ਖਿਲਾਫ ਦਿੱਤਾ। ਆਪਾਂ ਜਾਣਦੇ ਹਾਂ ਕਿ ਭਗਤ ਸਿੰਘ ਸ਼ਹੀਦ ਨਹੀਂ ਸੀ, ਅੱਤਵਾਦੀ ਸੀ। ਉਹਨਾਂ ਨੇ ਕਿਹਾ ਆ ਕਿ ਇਹ ਬਿਆਨ ਉਸੇ ਨੀਤੀ ਦਾ ਹਿੱਸਾ ਨਹੀਂ, ਉਸੇ ਰਾਜਨੀਤੀ ਦਾ ਹਿੱਸਾ ਨਹੀਂ ਜਿਹੜੀ ਰਾਜਨੀਤੀ ਭਾਰਤੀ ਜਨਤਾ ਪਾਰਟੀ ਕਰਦੀ ਆ ਰਹੀ ਆ, ਜਿਹੜੀ ਰਾਜਨੀਤੀ ਕਾਂਗਰਸ ਕਰਦੀ ਆ ਰਹੀ ਸੀ। ਅੱਜ ਤੱਕ ਸ਼ਹੀਦ ਭਗਤ ਸਿੰਘ ਨੂੰ ਸ਼ਹੀਦੀ ਦਾ ਦਰਜਾ ਨਹੀਂ ਮਿਲਿਆ ਔਰ ਭਾਰਤੀ ਜਨਤਾ ਪਾਰਟੀ ਮੈਨੂੰ ਨਹੀਂ ਲੱਗਦਾ ਕਿ ਕਦੇ ਸ਼ਹੀਦ ਦਾ ਦਰਜਾ ਦੇਵੇਗੀ। ਉਹਨਾਂ ਦੀ ਇਸ ਤਰ੍ਹਾਂ ਦੀ ਪਹੁੰਚ ਹੀ ਨਹੀਂ ਹੈ। ਉਹਨਾਂ ਦੀ ਰਾਜਨੀਤੀ ਹੀ ਵੱਖਰੀ ਕਿਸਮ ਦੀ ਹੈ। ਔਰ ਕੀ ਜਿਹੜਾ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਆ, ਇਹ ਸਪੋਰਟ ਨਹੀਂ ਕਰਦਾ ਭਾਰਤੀ ਰਾਜਨੀਤੀ ਦੀ, ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ਨੂੰ? ਦੇਖੋ ਜੀ, ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਤੋਂ ਜਿੱਤ ਉਹੀ ਜੀ ਉਹ ਜਿੱਤਾ ਜਿਹੀ ਜੀ ਆਮ ਆਦਮੀ ਪਾਰਟੀ ਦੀ ਜਿੱਤਾ। ਮਾਨ ਸਿਆਸਤ ਨੂੰ ਲੋਕਾਂ ਨੇ ਪ੍ਰਵਾਨਗੀ ਨਹੀਂ ਦਿੱਤੀ। ਜਿਨ੍ਹਾਂ ਨੂੰ ਖੁਰਚਿਆ ਹੋਇਆ ਸੀ ਉਹਨਾਂ ਨੂੰ ਉੱਗਣ ਨਹੀਂ ਦਿੱਤਾ। ਜਿਨ੍ਹਾਂ ਨੂੰ ਸਾਫ਼ ਸਟੇਟ ਲਿਖ ਕੇ ਦਿੱਤੀ ਸੀ ਉਹਨਾਂ ਨੂੰ ਇਹ ਦੱਸਿਆ ਵੀ ਤੁਹਾਨੂੰ ਲਿਖਣੀ ਨਹੀਂ ਆਉਂਦੀ, ਰਾਜਨੀਤੀ ਬੰਦੇ ਬਣ ਜਾਓ। ਇਸ ਕਰਕੇ ਇਹਨੂੰ ਇਸ ਰੂਪ 'ਚ ਲਿਆ ਜਾਣਾ ਚਾਹੀਦਾ। ਮਾਨ ਸਾਹਿਬ ਦੀ ਜਿਹੜੀ ਬਿਆਨਬਾਜ਼ੀ ਆ ਉਹ ਇਹ ਦਰਸਾਉਂਦੀ ਆ, ਜਿਵੇਂ ਆਪਾਂ ਕਈ ਵਾਰ ਗੱਲ ਕਰਦੇ ਨਾ, ਸਾਡਾ ਬੀਤਿਆ, ਵਰਤਮਾਨ ਤੇ ਭਵਿੱਖ ਆਪਸ ਦੇ ਵਿੱਚ ਜੁੜੇ ਹੁੰਦੇ ਨੇ। ਜੇ ਬੀਤੇ ਤੇ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੂਗਾ। ਮਾਨ ਸਾਹਿਬ ਦੀ ਰਾਜਨੀਤੀ ਪੰਜਾਬ ਦੇ ਇਤਿਹਾਸ ਬਾਰੇ, ਭਾਰਤ ਦੇ ਇਤਿਹਾਸ ਬਾਰੇ ਬਹੁਤ ਵਿਗੜੀ ਹੋਈ ਰਾਜਨੀਤੀ ਆ, ਵਿਗੜੀ ਹੋਈ ਸਮਝ ਆ। ਉਹ ਖੁਦ ਐਸਐਸਪੀ ਵੀ ਰਹੇ ਨੇ, ਉਹ ਸਟੇਟ ਦਾ ਹੱਥ ਠੋਕਾ ਵੀ ਰਹੇ ਨੇ। ਉਹਨਾਂ ਨੇ ਵੀ ਜਿਹੜਾ ਅੱਜ ਤੋਂ 51 ਸਾਲ ਪਹਿਲਾਂ ਜਿਵੇਂ ਬਾਦਲ ਨੇ ਨਕਸਲੀਆਂ ਦੇ ਪੁਲਿਸ ਮੁਕਾਬਲੇ ਬਣਾਏ ਸੀ ਸਰਾਏ ਨਾਗਾ ਦੇ ਵਿੱਚ, ਉੱਥੇ ਠੀਕ ਆ ਮੁਕਾਬਲੇ 'ਚ 3 ਪੁਲਿਸ ਵਾਲੇ ਮਾਰੇ ਗਏ ਸੀ, ਸ਼ਾਇਦ 3 ਜਾਂ 2, ਪਰ ਇਹਨੇ ਵੀ ਉੱਥੇ ਪੁਲਿਸ ਝੂਠੇ ਪੁਲਿਸ ਮੁਕਾਬਲੇ 'ਚ ਨਿਹੰਗ ਮਾਰੇ ਸੀ ਨਾ ਜੀ। ਉਹ ਵੀ ਅੰਮ੍ਰਿਤਧਾਰੀ ਸੀ, ਉਹ ਵੀ ਗੁਰਦੁਆਰੇ 'ਚ ਬੈਠੇ ਪਾਠ ਹੀ ਕਰ ਰਹੇ ਸੀ। ਸੋ ਇਸ ਕਰਕੇ ਜਿਹੜੀ ਇਹ ਸਮਝ ਆ, ਜਿਹੜੀ ਆਪਾਂ ਪਹਿਲਾਂ ਗੱਲ ਕਹੀ ਆ ਨਾ ਵੀ ਵੱਧ ਤੋਂ ਵੱਧ ਉਲਝਾਓ, ਇਹ ਉਹਦੀ ਸਹਾਰਾ ਬਣਦੀ ਆ। ਮਾਨ ਸਾਹਿਬ ਦਾ ਕਿਸਾਨ ਅੰਦੋਲਨ ਦਾ ਜਿਹੜਾ ਵਰਤਾਂਤ ਆ, ਉਹਨੂੰ ਕਿਸਾਨ ਅੰਦੋਲਨ ਦੇ ਧਿਰਾਂ ਵੱਲੋਂ ਵੀ ਖੋਰਿਆ ਜਾ ਰਿਹਾ। ਪੰਜਾਬ ਬਾਰੇ ਗਲਤ ਸਮਝ ਹੋਣ ਕਰਕੇ, ਸਿਆਸਤ ਬਾਰੇ ਸਹੀ ਦਖਲਅੰਦਾਜ਼ ਨਾ ਹੋਣ ਕਰਕੇ, ਉਸ ਵਰਤਾਂਤ ਨੂੰ ਖੋਰਨ ਲਈ ਮਾਨ ਸਾਹਿਬ ਦੇ ਬਿਆਨ ਵੀ ਐਨ ਅੱਗ ਦੇ ਉੱਤੇ ਘੀ ਪਾਉਣ ਵਾਲਾ ਕੰਮ ਕਰਦੇ ਨੇ। ਹਰਿਆਣੇ 'ਚ ਜਾ ਕੇ ਕਹਿਣਾ, ਉਹ ਹਰਿਆਣੇ ਵਾਲਿਓ ਤੁਸੀਂ ਪੰਜਾਬੀ ਲਾਲੇ ਨੂੰ ਮੁੱਖ ਮੰਤਰੀ ਬਣਾਤਾ, ਓਏ ਹਰਿਆਣੇ ਵਾਲਿਓ ਤੁਹਾਡੇ ਗੈਂਗਸਟਰ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਆਹ ਗੰਦ ਪਾ ਰਹੇ ਨੇ। ਹੁਣ ਇਹ ਉਹੀ ਏਕਤਾ, ਜਿਹੜੀ ਏਕਤਾ ਤਾਂ ਇਹ ਬਣ ਰਹੀ ਆ, ਕੋਈ ਰਾਜਧਾਨੀ ਦਾ ਮਸਲਾ ਛੇੜ ਕੇ, ਹਾਈ ਕੋਰਟ ਦਾ ਮਸਲਾ ਛੇੜ ਕੇ ਤੋੜਨਾ ਚਾਹੁੰਦਾ। ਜਦੋਂ ਅਸੀਂ ਕਹਿੰਦੇ ਆ ਸਾਡਾ ਪੰਜਾਬ ਅੱਧਾ ਹਰਿਆਣੇ 'ਚ ਵੱਸਦਾ, ਹਰਿਆਣਾ ਕਹਿੰਦਾ ਅਸੀਂ ਕਿਹੜਾ ਅੱਡ ਹੋਇਆ, ਤੁਸੀਂ ਕੀਤਾ। ਗੱਲ ਏਕਤਾ ਦੀ ਹੋ ਰਹੀ ਆ ਤੇ ਜਾ ਕੇ ਪੁੱਠੀਆਂ ਮੱਤਾਂ ਦੇ ਰਿਹਾ। ਹਾਂ ਬਿਲਕੁਲ ਤੁਹਾਡੀ ਗੱਲ ਠੀਕ ਆ। ਇਹ ਜਿਹੜੇ ਖਾਲਿਸਤਾਨ ਦਾ ਮੁੱਦਾ ਜਿਹੜੇ ਰੂਪ 'ਚ ਜਿਵੇਂ ਉਭਾਰਿਆ ਜਾ ਰਿਹਾ, ਇਹਦਾ ਵੀ ਕੋਈ ਇਹਨਾਂ ਦਾ ਸਾਂਝਾ ਸੰਕਲਪ ਨਹੀਂ ਹੈ। ਦਲਜੀਤ ਸਿੰਘ ਬਿੱਟਾ ਪੜ੍ਹ ਲਓ, ਇੰਟਰਵਿਊ ਸੁਣ ਲਓ, ਉਹ ਹੋਰ ਤਰ੍ਹਾਂ ਕਹਿੰਦਾ, ਪੰਨੂ ਹੋਰ ਤਰ੍ਹਾਂ ਕਹਿੰਦਾ, ਮਾਨ ਸਾਹਿਬ ਹੋਰ ਤਰ੍ਹਾਂ ਕਹਿੰਦੇ ਨੇ। ਮਾਨ ਸਾਹਿਬ ਸੰਵਿਧਾਨ ਦੇ ਵਿੱਚ ਰਹਿ ਕੇ ਖਾਲਿਸਤਾਨ ਦੀ ਲੜਾਈ ਲੜਦੇ ਨੇ, ਜਿਹਦੀ ਸੰਵਿਧਾਨ ਵੀ ਆਗਿਆ ਦਿੰਦਾ ਤੇ ਜਿਹਦੀ ਸੁਪਰੀਮ ਕੋਰਟ ਦਾ ਫੈਸਲਾ ਆਪਾਂ ਪਹਿਲਾਂ ਕਈ ਵਾਰ ਗੱਲ ਕੀਤੀ ਆ ਉਹ ਵੀ ਆਗਿਆ ਦਿੰਦਾ। ਪਰ ਇਹ ਇੱਕ ਇਹੋ ਜਿਹਾ ਮੌਕਾ ਦੇਤਾ ਇਹਨਾਂ ਬਿਆਨਾਂ ਨੇ ਤੇ ਸਾਰੇ ਜਿਹੜੇ ਨਕਲੀ ਵਾਰਸ ਨੇ ਭਗਤ ਸਿੰਘ ਦੇ ਤੂੰ ਕਰਕੇ ਪੈ ਗਏ। ਉਹ 51 ਸਾਲ ਦਾ ਇੱਕ ਮੁਕਾਬਲਾ ਗਲਤ ਸੀ, ਉਹਦਾ ਕੇਸ ਵੀ ਚੱਲਿਆ, ਸ਼ਾਇਦ ਸਜ਼ਾ ਵੀ ਹੋਈ ਆ ਸਿਪਾਹੀਆਂ ਨੂੰ ਉਹਦੇ ਵਿੱਚ। ਉਹਦੀ ਜਾਂਚ ਉਸ ਵੇਲੇ ਅਸੀਂ ਉਹ ਕੀਤੀ ਸੀ। ਮੈਂ ਉਦੋਂ ਪੰਜਾਬ ਸਟੂਡੈਂਟ ਯੂਨੀਅਨ ਦਾ ਜਨਰਲ ਸਕੱਤਰ ਹੁੰਦਾ ਸੀ ਤੇ ਉਸ ਵੇਲੇ AFDR ਜਮਹੂਰੀ ਅਧਿਕਾਰ ਸਭਾ ਨੇ ਉਹਦੀ ਜਾਂਚ ਰਿਪੋਰਟ ਕੀਤੀ ਸੀ ਤੇ ਸਾਬਤ ਕੀਤਾ ਸੀ ਇਹ ਝੂਠਾ ਪੁਲਿਸ ਮੁਕਾਬਲਾ। SSP ਹੁੰਦੇ ਹੋਏ ਇਹਨਾਂ ਨੇ ਸਾਡੀ ਜਥੇਬੰਦੀ ਤੇ ਜਦੋਂ ਪ੍ਰਿਥੀਪਾਲ ਸਿੰਘ ਰੰਧਾਵਾ ਦਾ ਕਤਲ ਹੋਇਆ, ਜੋ ਉਹਦੇ ਖਿਲਾਫ ਸੰਘਰਸ਼ ਸੀ, ਉਹ ਸੰਘਰਸ਼ ਨੂੰ ਦਬਾਉਣ ਲਈ ਸਭ ਤੋਂ ਵੱਧ ਜ਼ਬਰ ਤੇ ਸਖਤੀ ਸਿਮਰਨਜੀਤ ਮਾਨ ਨੇ ਕੀਤੀ ਸੀ। ਪਰ ਸਵਾਲ ਤਾਂ ਇਹ ਆ, ਜਿਹੜੇ 25,000 ਜਾਂ 20,000 ਲਾ ਲਓ ਆ ਪਿਛਲੇ ਸਾਲਾਂ 'ਚ ਪੁਲਿਸ ਮੁਕਾਬਲੇ ਹੋਏ ਨੇ, ਇਹ ਭਗਤ ਸਿੰਘ ਦੇ ਵਾਰਸ ਉਹਨਾਂ ਬਾਰੇ ਉਦੋਂ ਵੀ ਕਿਉਂ ਚੁੱਪ ਸੀ, ਅੱਜ ਵੀ ਕਿਉਂ ਚੁੱਪ ਨੇ? ਗੁਰਨਾਮ ਸਿੰਘ ਬਰਨਾਲਾ ਵਾਲਾ ਕੇਸ ਹਾਈ ਕੋਰਟ ਚੱਲ ਰਿਹਾ, ਉਹਦੇ ਬਾਰੇ ਕੋਈ ਕਿਉਂ ਨਹੀਂ ਬੋਲਦਾ? ਆਪਾਂ ਇਹਨੂੰ ਮਾਲੀ ਸਾਹਿਬ ਜੇ ਵੰਡ ਕੇ ਦੇਖਾਂਗੇ ਕਿ ਭਗਤ ਸਿੰਘ ਦੇ ਵਾਰਸ ਉਹਨੇ ਤੇ ਭਗਤ ਸਿੰਘ ਦੇ ਵਾਰਸ ਆ ਨਹੀਂ ਹੈਗੇ। ਮੇਰੇ ਖਿਆਲ ਦੇ ਮੁਤਾਬਕ ਜੇ ਅਸੀਂ ਇਹਨਾਂ ਵੰਡੀਆਂ ਤੋਂ ਬਚ ਕੇ
ਜਿਹੜੀ ਸਾਡੀ ਜਿਹੜੀ ਪਹੁੰਚ ਹੈ, ਸਾਡੀ ਪਹੁੰਚ ਕੀ ਹੈ, ਉਹਦੇ ਤੇ ਗੱਲ ਕਰੀਏ ਤਾਂ ਜ਼ਿਆਦਾ ਬਿਹਤਰ ਨਹੀਂ ਹੈ। ਕਿ ਮੈਂ ਕਹਿੰਦਾ ਵੀ ਜਿਹੜੇ ਸੋ ਕਾਲਡ ਜਿਹੜੇ ਭਗਤ ਸਿੰਘ ਦੇ ਵਾਰਸ ਆਪਣੇ ਆਪ ਨੂੰ ਸਮਝਦੇ ਆ, ਚਾਹੇ ਉਹ ਨਕਸਲਾਈਟ ਸੀ, ਚਾਹੇ ਉਹ ਜਿਹੜੇ ਉਦਾਰਵਾਦੀ ਕਮਿਊਨਿਸਟ ਹੈਗੇ ਸੀ, ਉਹਨਾਂ ਨੂੰ ਅਸੀਂ ਜੇ ਛੱਡ ਦਈਏ, ਕਿਉਂਕਿ ਉਹ ਵੀ ਅਸਫਲ ਰਹੇ ਆ, ਉਹ ਵੀ ਕੋਈ ਉਹਨਾਂ ਦੀ ਵੀ ਪਹੁੰਚ ਕੋਈ ਪੰਜਾਬ ਦੇ ਲਈ ਕੋਈ ਬਿਹਤਰ ਨਹੀਂ ਰਹੀ। ਉਹਦਾ ਹੀ ਸਿੱਟਾ ਕਿ ਅਸੀਂ ਅੱਜ ਜੋ ਭੁਗਤ ਰਹੇ ਹਾਂ, ਅਸੀਂ ਭੁਗਤ ਰਹੇ ਹਾਂ। ਜੋ ਸਿਮਰਨਜੀਤ ਸਿੰਘ ਮਾਨ ਦੀ ਪਹੁੰਚ ਹੈ, ਸਿਮਰਨਜੀਤ ਸਿੰਘ ਮਾਨ, ਕਿਉਂਕਿ ਕੁਝ ਲੋਕ ਹਮੇਸ਼ਾ ਚਾਹੇ ਬੰਦਾ ਬਹਾਦਰ ਦੀ ਲੜਾਈ ਹੋਵੇ, ਚਾਹੇ ਉਹ ਅੱਗੇ ਆ ਕੇ ਆਜ਼ਾਦੀ ਦੀ ਲੜਾਈ ਹੋਵੇ, ਚਾਹੇ ਉਸ ਤੋਂ ਬਾਅਦ ਆ ਕੇ ਪੰਜਾਬ ਦੀ ਲੜਾਈ ਹੋਵੇ ਜਾਂ ਕਸ਼ਮੀਰ ਦੀ ਲੜਾਈ ਹੋਵੇ, ਜਿਹੜੇ ਲੋਕਾਂ ਨੇ ਸੱਤਾ ਦਾ ਪੱਖ ਪੂਰਿਆ ਆ, ਉਹ ਅੱਜ ਵੀ ਪੂਰ ਰਹੇ ਆ। ਸਿੰਪਲ ਗੱਲ ਤਾਂ ਮੈਂ ਇਹ ਪੁੱਛਣਾ ਚਾਹੁੰਦਾ। ਤੁਹਾਡੀ ਗੱਲ ਮਦਨਦੀਪ ਜੀ 100% ਸਹੀ ਆ। ਸਾਨੂੰ ਪੰਜਾਬ ਦੇ ਮੁੱਦੇ, ਪੰਜਾਬ ਦੇ ਹੱਕਾਂ ਦੀ ਗੱਲ, ਲੋਕਾਂ ਦੇ ਹੱਕਾਂ ਦੀ ਗੱਲ, ਕਿਸਾਨਾਂ ਦੇ ਹੱਕਾਂ ਦੀ ਗੱਲ, ਮਜ਼ਦੂਰਾਂ ਦੇ ਹੱਕਾਂ ਦੀ ਗੱਲ, ਬੇਰੁਜ਼ਗਾਰ ਨੌਜਵਾਨਾਂ ਦੇ ਹੱਕਾਂ ਦੀ ਗੱਲ, ਇਹਨਾਂ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ। ਇਹ ਜਿਹੜੇ ਮੁੱਦੇ ਨੇ, ਇਹਨਾਂ ਤੇ ਬਹਿਸ ਚੱਲਦੀ ਰਹਿਣੀ ਆ। ਮਾਨ ਦੀ ਕਿਹੜਾ ਪਹਿਲੀ ਵਾਰ ਪੋਜੀਸ਼ਨ ਆ ਜੀ, 12 ਸਾਲ ਪਹਿਲਾਂ ਵੀ ਇਹ ਇਹੀ ਕਹਿੰਦਾ ਸੀ। ਬਾਕੀ ਅੱਜ ਆਪਦੇ ਨਾਨੇ ਨੂੰ ਹੋਰ ਤਰ੍ਹਾਂ ਡਿਫੈਂਡ ਕਰਦਾ। ਕਿਸੇ ਮੌਕੇ ਇਹਨੇ ਮਾਫੀ ਵੀ ਮੰਗੀ ਸੀ ਵੀ ਜੋ ਮੇਰੇ ਨਾਨੇ ਨੇ ਕੀਤਾ ਉਹ ਗਲਤ ਕੀਤਾ। ਇਹ ਪੰਜਾਬ ਦਾ ਅੱਜ ਦਾ ਮੁੱਦਾ ਨਹੀਂ ਹੈ। ਪੰਜਾਬ ਦੇ ਮੁੱਦਿਆਂ ਤੋਂ ਭਟਕਾਉਣ ਦੀਆਂ ਸਾਜ਼ਿਸ਼ਾਂ ਨੇ ਇਹ। ਮੈਂ ਅੱਜ ਵੀ ਕਹਿਣਾ ਤੁਹਾਡੇ ਕਿ ਸਾਨੂੰ ਠੀਕ ਆ ਵਖਰੇਵੇਂ ਰਹੇ ਨੇ ਪਿਛਲੇ ਸਮੇਂ 'ਚ, ਪਰ ਅੱਜ ਸਹੀ ਸਮਝ, ਸਹੀ ਸੋਚ ਉਭਾਰਨ ਲਈ ਇੱਕ ਉਸਾਰੂ ਸੰਵਾਦ ਰਚਾਉਣਾ ਚਾਹੀਦਾ। ਇਸ ਸਮੇਂ ਦੀ ਲੋੜ ਆ ਸੰਦੀਪ ਜੀ। ਮੈਂ ਤਾਂ ਇਹ ਗੱਲ ਕਹਿਣਾ ਆ, ਬਲਕਿ ਬਾਬਾ ਬੰਦਾ ਬਹਾਦਰ ਦੀ ਜਿਹੜਾ ਯੁੱਧ ਸੀ, ਉਹਨਾਂ ਦਾ ਜਿਹੜਾ ਜਾਗੀਰਦਾਰੀ ਨਿਜ਼ਾਮ ਨੂੰ ਖਤਮ ਕਰਨ ਦਾ ਯੁੱਧ ਸੀ, ਉਦੋਂ ਜਦੋਂ ਜਿੱਤ ਰਹੇ ਸੀ, ਸਰਹੰਦ ਤੱਕ ਆ ਕੇ ਜਿੱਤ ਰਹੇ ਸੀ, ਅੱਗੇ ਜਾ ਕੇ ਜੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਜੇ ਉਹਨਾਂ ਨੂੰ ਹਰਾ ਦਿੱਤਾ ਜਾਂਦਾ ਹੈ, ਜੇ ਉਹਨਾਂ ਦੀ ਕੁਰਬਾਨੀ ਲਈ ਜਾਂਦੀ ਹੈ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ, ਤੇ ਇਹਦੇ ਵਿੱਚ ਜ਼ਿੰਮੇਵਾਰ ਕੌਣ ਨੇ? ਕਿ ਉਹੀ ਖੂਨ ਪੰਜਾਬ ਦੇ ਵਿੱਚ ਹਾਲੇ ਸੱਤਾ ਦੇ ਹੱਕ ਵਿੱਚ ਖੜਾ ਹੈ, ਉਹੀ ਖੂਨ ਜਿਹੜਾ ਪੰਜਾਬ ਵਿਰੋਧੀ ਹੈ। ਇਹਦੇ ਤੇ ਅਸੀਂ ਗੱਲ ਕਰਾਂਗੇ ਮਾਲੀ ਸਾਹਿਬ, ਬਾਬਾ ਬੰਦਾ ਬਹਾਦਰ ਤੋਂ ਲੈ ਕੇ ਹੁਣ ਤੱਕ ਕੀ ਵਾਪਰਿਆ, ਉਹ ਲੋਕਾਂ ਦਾ ਕੀ ਰੋਲ ਹੈ, ਪੰਜਾਬ ਨੂੰ ਲੈ ਕੇ ਕੀ ਭੂਮਿਕਾ ਹੈ ਪੰਜਾਬ ਦੇ ਪ੍ਰਤੀ। ਅੱਜ ਟਾਈਮ ਸਮਾਪਤ ਹੋ ਰਿਹਾ ਹੈ। ਬਹੁਤ ਬਹੁਤ ਸ਼ੁਕਰੀਆ ਜੀ।